ਮੋਰਚੇ ਇਕੱਠੇ ਹੁੰਦੇ ਆ ਜਥੇਬੰਦੀਆਂ ਤਾਂ ਉਹਨਾਂ ਨੇ ਕਿਹਾ ਵੀ ਸਾਡਾ ਕਿਸਾਨੀ ਅੰਦੋਲਨ ਡਾਈਵਰਜਨ ਹੁੰਦਾ ਤੇ ਬੀਜੇਪੀ ਨੂੰ ਨਹੀਂ ਬੁਲਾਇਆ ਗਿਆ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਮੈਂ ਇਹ ਤੇ ਉਹਨਾਂ ਦੀ ਡਿਸਕਸ਼ਨ ਸੀਗੀ ਜੀ ਕਿ ਕਿਸੇ ਨੂੰ ਹੋਸਟ ਜਿਹੜਾ ਹੈ ਉਹ ਗੈਸਟ ਨੂੰ ਬੁਲਾਉਂਦਾ ਹੈ ਕਿ ਕਿਹਨੂੰ ਬੁਲਾਣਾ ਹੈ, ਉਹਦੇ ਬਾਰੇ ਮੈਂ ਇਹਦੇ ਬਾਰੇ ਕੋਈ ਰਾਏ ਨਹੀਂ ਦਿਆਂਗਾ। ਉਹਨਾਂ ਨੇ ਅਸੂਲਨ ਬੁਲਾਣਾ ਚਾਹੀਦਾ ਸੀ। ਅਲੀ ਬਾਬਾ 40 ਚੋਰ ਇਹ ਉਦਾਹਰਨ ਇਹਦੇ ਤੇ ਯਥਾਰਥ ਹੁੰਦੀ ਹੈ। ਅਲੀ ਬਾਬਾ ਕੌਣ ਹੈ ਤੇ 40 ਚੋਰ ਕੌਣ ਹੈ? ਇਹ ਤੁਸੀਂ ਹੁਣ ਸੋਚੋ। ਤੁਸੀਂ ਦੱਸੋ ਨਾ, ਅਲੀ ਬਾਬਾ ਤੁਸੀਂ ਕਿਹਾ, ਮੈਂ ਨਹੀਂ ਜਾਣੀ। ਮੈਂ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਕਿਸ ਪਾਰਟੀ ਦਾ? ਕਾਂਗਰਸ ਪਾਰਟੀ ਦਾ। ਕਿ ਇਹ ਜਿੰਨੇ ਚੋਰ ਕਾਂਗਰਸ ਦੇ ਇਕੱਠੇ ਹੋਏ ਨੇ ਉਹ ਵੰਡ ਕਰਨ ਲਈ ਆਵੇ। ਸੁਖੀ ਰੰਧਾਵਾ ਨੇ ਉਹ ਕਾਂਗਰਸ ਦੇ ਨੇ, ਪ੍ਰਤਾਪ ਸਿੰਘ ਬਾਜਵਾ ਉਹ ਕਾਂਗਰਸ ਦਾ, ਪ੍ਰਗਟ ਸਿੰਘ ਹੈ ਉਹ ਕਾਂਗਰਸ ਦਾ ਹੈ, ਸ਼ਮਸ਼ੇਰ ਸਿੰਘ ਦੂਲੋ ਨੇ ਉਹ ਕਾਂਗਰਸ ਦੇ ਨੇ। ਹੁਣ ਕਾਂਗਰਸੀਆਂ ਦੇ ਆਰੋਪ ਲਾ ਰਹੇ ਨੇ ਇਹ ਚੋਰਾਂ ਦੀ ਬਾਰਾਤ ਹੈ। ਮੈਂ ਇਹ ਚੋਰਾਂ ਦੀ ਬਾਰਾਤ ਹੈ। ਦੁੱਲਾ ਕੌਣ ਹੈ ਇਹ ਤੁਸੀਂ ਅੰਦਾਜ਼ਾ ਲਾਓ। ਨਹੀਂ, ਦੁੱਲਾ ਕੌਣ है? ਇਹ ਤੁਸੀਂ ਅੰਦਾਜ਼ਾ ਲਾਓ। D4 न्यूज़ देख रहे तमाम दोस्तों को दीपक भंडारी का नमस्कार। कल किसानों ने एक आदेश जारी कर दिया है कि राजनीतिक पार्टियां जब तक चुनाव कमीशन की ओर से डिक्लेयर नहीं हो जाते इलेक्शन, तब तक राजनीतिक पार्टियां रैलियां ना करें। उसमें सभी पार्टियों को बुलाया गया। उसमें अकाली दल, श्रोमणी अकाली दल बादल को बुलाया गया, कांग्रेस को बुलाया गया, आम आदमी पार्टी को भी बुलाया गया, लेकिन भाजपा का कोई भी प्रतिनिधि उसमें नहीं बुलाया गया। क्या किसान पूरी तरह से भाजपा विरोधी हो गए हैं? पंजाब में चुनाव वर्ष 2022 में होने हैं, जिसे कुछ ही समय रह गया है। भाजपा ये दावा करती है कि पंजाब में वे 117 सीटों पर चुनाव लड़ेगी और जीत के दावे भी किए जा रहे हैं। हमारे साथ हैं भाजपा के इस समय सांसद हैं और भाजपा के पूर्व प्रदेश अध्यक्ष रह चुके हैं, अमृतसर के मेयर रह चुके हैं। बात कर रहे हैं सांसद श्वेत मलिक की। मलिक साहब नमस्कार। नमस्कार दीपक जी। मलिक साहब, किसानों ने देखो जी कल उत्थे बुलाई है बैठक, ਉਹਦੇ ਕਿਹਾ ਗਿਆ ਹੈ ਪਹਿਲੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਚੁਣਾਵੀਆਂ ਰੈਲੀਆਂ ਨਹੀਂ ਕਰਨੀਆਂ, ਜੇ ਜਾਣਗੇ ਤੇ ਆਪ ਜ਼ਿੰਮੇਦਾਰ ਹੋਣਗੇ ਲੀਡਰ। ਉਹਦੇ ਸਭ ਪਾਰਟੀਆਂ ਨੂੰ ਤਾਂ ਬੁਲਾਇਆ ਗਿਆ, ਬਟ ਬੀਜੇਪੀ ਦਾ ਕੋਈ ਵੀ ਬੰਦਾ ਉਹਦੇ ਸ਼ਾਮਿਲ ਨਹੀਂ ਕੀਤਾ ਗਿਆ। ਨਹੀਂ, ਮੈਂ ਸਮਝਦਾ ਜੀ ਕਿ ਇਹ ਡਿਸਕ੍ਰਿਮੀਨੇਸ਼ਨ ਹੈਗੀ ਹੈ ਕਿ ਇਹਨੂੰ ਕੋਈ ਵੀ ਐਪਰੀਸ਼ੀਏਟ ਨਹੀਂ ਕਰੇਗਾ, ਕਿਉਂਕਿ ਸਰਵਸੰਮਤੀ ਤਦ ਹੀ ਕਿਹਾ ਜਾ ਸਕਦਾ ਹੈ ਜਦੋਂ ਸਭ ਦੀ ਰਾਏ ਬਰਾਬਰ ਹੋਏ। ਔਰ ਦੂਸਰਾ ਇਹਦੇ 'ਚ ਐਸਾ ਹੈਗਾ ਜੀ ਕਿ ਭਾਰਤ ਦੇ ਸੰਵਿਧਾਨ ਨੇ ਇੱਕ ਰਾਈਟਸ ਦਿੱਤੇ ਨੇ ਔਰ ਡਿਊਟੀਜ਼ ਵੀ ਦਿੱਤੀਆਂ ਨੇ ਕਿ ਹਰ ਨਾਗਰਿਕ ਨੇ ਕੁਝ ਰਾਈਟਸ ਨੇ ਔਰ ਕੁਝ ਡਿਊਟੀਜ਼ ਨੇ ਜਿਹੜੀਆਂ ਕਿ ਸੰਵਿਧਾਨ ਦੇ ਪ੍ਰਤੀ ਨੇ, ਦੇਸ਼ ਦੇ ਪ੍ਰਤੀ ਨੇ। ਔਰ ਰਾਈਟਸ ਦੇ ਵਿੱਚ ਇੱਕ ਰਾਈਟ ਜਿਹੜਾ ਹੈਗਾ ਉਹ ਇਲੈਕਸ਼ਨ ਪ੍ਰੋਸੈਸ ਦਾ ਵੀ ਹੈਗਾ ਕਿ ਤੁਸੀਂ ਇਲੈਕਸ਼ਨ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਪੋਲੀਟੀਕਲੀ ਰਿਕਗਨਾਈਜ਼ਡ ਪਾਰਟੀਆਂ, ਉਹ ਆਪਣਾ ਮਤ ਦੇਣ ਦੇ ਲਈ ਲੋਕਾਂ ਨੂੰ। ਔਰ ਇਹ ਕੇਵਲ ਭਾਰਤ 'ਚ ਨਹੀਂ ਹੈਗਾ, ਅਮਰੀਕਾ 'ਚ ਵੀ ਹੈ, ਹਰ ਜਗ੍ਹਾ ਹੈ ਕਿ ਡੈਮੋਕ੍ਰੈਟਿਕ ਸਿਸਟਮ ਵਿੱਚ ਉਹਨਾਂ ਨੂੰ ਪੂਰੀ ਆਜ਼ਾਦੀ ਹੈ, ਜਿਸ ਤਰ੍ਹਾਂ ਕਿਸਾਨਾਂ ਨੂੰ ਵੀ ਆਜ਼ਾਦੀ ਹੈ। ਅੱਜ ਤੁਸੀਂ ਦੇਖੋਗੇ ਇਸ ਸਿਸਟਮ ਵਿੱਚ ਸਾਡੀ ਸਰਕਾਰ ਨੇ, ਮੋਦੀ ਸਰਕਾਰ ਨੇ ਕਿਸਾਨਾਂ ਨੂੰ ਪੂਰੀ ਆਜ਼ਾਦੀ ਦਿੱਤੀ ਹੈ ਕਿ ਤੁਸੀਂ ਆਪਣਾ ਮਤ ਦਿਓ। ਉਹਨਾਂ ਨੂੰ ਕਿਸੇ ਜਗ੍ਹਾ ਵੀ ਅਸੀਂ ਅਬਸਟ੍ਰਕਟ ਨਹੀਂ ਕਰ ਰਹੇ ਕਿ ਤੁਸੀਂ ਇਸ ਤਰ੍ਹਾਂ ਕਰੋ, ਜਾਂ ਵੀ ਆਰ ਨਾਟ ਡਾਇਰੈਕਟਿੰਗ them ਐਨੀਵੇਅਰ, ਵੀ ਆਰ honoring their constitutional right। ਸੋ ਉਸੇ ਤਰ੍ਹਾਂ ਪੋਲੀਟੀਕਲ ਪਾਰਟੀ ਦਾ ਰਾਈਟ ਹੈ ਕਿ ਉਹ ਜਨਤਾ ਵਿੱਚ ਜਿਸ ਵੇਲੇ ਚੁਣਾਵ ਹੀ ਨਹੀਂ, ਜਦੋਂ ਚਾਹਣ ਉਹ ਜਨਤਾ ਹੀ ਜਾ ਸਕਦੇ ਨੇ ਔਰ ਜਨਤਾ ਵਿੱਚ ਸ਼ਾਂਤੀਪੂਰਵਕ ਢੰਗ ਦੇ ਨਾਲ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਹੋਏ, ਲਾਅ ਐਂਡ ਆਰਡਰ ਦਾ ਸਨਮਾਨ ਕਰਦੇ ਹੋਏ ਆਪਣਾ ਮਤ ਰੱਖ ਸਕਦੇ ਨੇ। ਸੋ ਮੈਂ ਇਹਦੇ ਬਾਰੇ ਥੋੜਾ ਜਿਹਾ ਕਿਸਾਨਾਂ ਨੂੰ ਇਹ ਜੋ ਕੱਲ ਉਹ ਬੈਠਕ ਹੋਈ ਹੈ ਉਹਦੇ ਨਾਲ ਸਹਿਮਤ ਨਹੀਂ ਹੋਵਾਂਗਾ ਕਿ ਡਾਇਰੈਕਟ ਕਰਨ ਦਾ ਰਾਈਟ ਜਿਹੜਾ ਉਹ ਕਨਸਟੀਟਿਊਸ਼ਨ ਨੂੰ ਹੈਗਾ। ਸੋ ਅਸੀਂ ਕਨਸਟੀਟਿਊਸ਼ਨਲ ਰਾਈਟ ਜਿਹੜਾ ਕਿਸੇ ਦਾ ਨਾ ਕੋਈ ਹੈ ਕਿ ਤੁਸੀਂ ਰੈਲੀ ਨਹੀਂ ਕਰਨੀ, ਤੁਸੀਂ ਇਸ ਤਰ੍ਹਾਂ ਨਹੀਂ ਕਰਨਾ। ਵੀ ਸ਼ੁੱਡ, ਜਿਸ ਤਰ੍ਹਾਂ ਹਰ ਪਾਰਟੀ, ਹਰ ਦੇਸ਼ ਦਾ ਨਾਗਰਿਕ, ਕਿਸਾਨ ਵੀ ਸਾਡੇ ਜਿਹੜੇ ਨੇ ਉਹ ਸਨਮਾਨਯੋਗ ਨੇ ਔਰ ਇਸ ਦੇਸ਼ ਦੇ ਨਾਗਰਿਕ ਪਹਿਲੇ ਨੇ। ਕੋਈ ਵੀ ਵਿਅਕਤੀ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਵਪਾਰੀ ਹੈ, ਚਾਹੇ ਉਹ ਫੌਜ ਦੇ ਵਿੱਚ ਹੈ, ਕੋਈ ਵੀ ਵਿਵਸਾਈ ਹੈ, ਸਭ ਤੋਂ ਪਹਿਲੇ ਉਹ ਦੇਸ਼ ਦਾ ਨਾਗਰਿਕ ਹੈ। ਮਲਿਕ ਸਾਹਿਬ, ਉਹ ਬਿਲਕੁਲ ਠੀਕ ਹੈ ਜੋ ਤੁਸੀਂ ਕਹਿ ਰਹੇ, ਬਟ ਬੀਜੇਪੀ ਦੇ ਦੇਖੋ ਨਾ ਜੀ, ਉਹ ਤੇ ਜੋ ਹੋਇਆ ਉੱਥੇ ਉਹਨਾਂ ਨੇ ਬਾਅਦ 'ਚ ਕਿਹਾ ਸੰਯੁਕਤ ਮੋਰਚੇ 32 ਕਿਸਾਨ ਮੋਰਚੇ ਇਕੱਠੇ ਹੁੰਦੇ ਆ ਜਥੇਬੰਦੀਆਂ, ਤਾਂ ਉਹਨਾਂ ਨੇ ਕਿਹਾ ਵੀ ਸਾਡਾ ਕਿਸਾਨੀ ਅੰਦੋਲਨ ਡਾਈਵਰਜਨ ਹੁੰਦਾ ਤੇ ਬੀਜੇਪੀ ਨੂੰ ਨਹੀਂ ਬੁਲਾਇਆ ਗਿਆ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਮੈਂ ਇਹ ਤੇ ਉਹਨਾਂ ਦੀ ਡਿਸਕਸ਼ਨ ਸੀਗੀ ਜੀ ਕਿ ਕਿਸੇ ਨੂੰ ਹੋਸਟ ਜਿਹੜਾ ਹੈ
ਉਹ ਗੈਸਟ ਨੂੰ ਬੁਲਾਉਂਦਾ ਹੈ ਕਿ ਕਿਹਨੂੰ ਬੁਲਾਣਾ ਹੈ, ਉਹਦੇ ਬਾਰੇ ਮੈਂ ਇਹਦੇ ਬਾਰੇ ਕੋਈ ਰਾਏ ਨਹੀਂ ਦਿਆਂਗਾ। ਉਹਨਾਂ ਨੇ ਅਸੂਲਨ ਬੁਲਾਉਣਾ ਚਾਹੀਦਾ ਸੀ। ਜੇ ਉਸ ਡੈਮੋਕ੍ਰੇਸੀ ਨੂੰ ਮੰਨਦੇ ਨੇ, ਜੋ ਸਰਬਸੰਮਤੀ ਚਾਹੁੰਦੇ ਸੀ, ਡਿਬੇਟ ਦਾ ਮੌਕਾ ਦਿਓ ਨਾ ਜੀ, ਕਿ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੋਈ ਪ੍ਰਤੀਨਿਧੀ ਪਹੁੰਚਦੇ ਤੇ ਉਹ ਆਪਣਾ ਮਤ ਦਿੰਦੇ, ਸ਼ਾਂਤੀਪੂਰਵਕ ਮਤ ਦਿੰਦੇ। ਕਿਸੇ ਨੂੰ ਮਤ ਨਾ ਦੇ, ਮਤ ਤੋਂ ਮਹਿਰੂਮ ਕਰ ਦੇਣਾ ਮੈਂ ਸਹਿਮਤ ਨਹੀਂ ਹੈਗਾ। ਉਹਨਾਂ ਨੂੰ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਕਿਸਾਨਾਂ ਨਾਲ ਚਾਹੇ ਕੁਝ ਮਾਮਲਿਆਂ ਤੇ ਡਿਫਰੈਂਸ ਆਫ ਓਪੀਨੀਅਨ ਸੀਗਾ, ਪਰ ਸਾਡੇ ਜਿਹੜੇ ਮੰਤਰੀ ਸੀਗੇ, ਚਾਹੇ ਉਹ ਤੋਮਰ ਜੀ ਸੀਗੇ, ਚਾਹੇ ਉਹਨਾਂ ਦੇ ਸਹਿਯੋਗੀ ਸੀਗੇ, ਉਹਨਾਂ ਨੇ ਜਾਂ ਭਾਰਤ ਸਰਕਾਰ ਨੇ, ਈਵਨ ਮੋਦੀ ਜੀ ਨੇ ਇੱਥੋਂ ਤੱਕ ਕਿਹਾ ਕਿ ਮੈਂ ਵੀ ਤੁਹਾਡੇ ਤੋਂ ਇੱਕ ਕਾਲ ਦੂਰ ਆ। ਉਹਨਾਂ ਨੂੰ ਪੂਰਾ ਮੌਕਾ ਦਿੱਤਾ। 11 ਦੌਰ ਦੀ ਜਿਹੜੀ ਬਾਤਚੀਤ ਚੱਲੀ ਉਹਦੇ ਵਿੱਚ ਮੌਕਾ ਦਿੱਤਾ ਕਿ ਤੁਸੀਂ ਆਪਣਾ ਮਤ ਦਿਓ, ਅਸੀਂ ਆਪਣਾ ਮਤ ਦਿੰਦੇ ਆ। ਡਿਬੇਟ ਔਰ ਡਾਇਲੌਗ ਜਿਹੜਾ ਹੈ ਉਹ ਤਦ ਹੀ ਪੂਰਾ ਹੁੰਦਾ ਹੈ ਜਿਸ ਵੇਲੇ ਸਾਰੇ ਬੈਠਣ, ਤੇ ਬੁਲਾਣਾ ਨਾ ਔਰ ਮਤ ਦੇਣ ਤੋਂ ਮਹਿਰੂਮ ਕਰਨਾ, ਇਹਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਉਹ ਸਮਝਦੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਕਨਵਿੰਸ ਕਰਨਾ ਮੁਸ਼ਕਿਲ ਹੈ। ਜੇ ਉਹ ਓਪਨਲੀ ਡਿਬੇਟ ਜਾਂ ਡਿਸਕਸ਼ਨ ਕਰਨਾ ਚਾਹੁੰਦੇ ਸੀਗੇ ਤੇ ਸਭ ਤੋਂ ਪਹਿਲੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਬੁਲਾਉਣਾ ਚਾਹੀਦਾ ਸੀ। ਮਲਿਕ ਸਾਹਿਬ ਦੇਖੋ, ਤੁਸੀਂ ਬੀਜੇਪੀ ਵਾਲੇ ਲੀਡਰ, ਤੁਸੀਂ ਵੀ ਕਈ ਵਾਰੀ ਦਾਅਵਾ ਕਰ ਚੁੱਕੇ ਹੋ, ਪੰਜਾਬ ਦੇ ਜਿਹੜੇ ਮੌਜੂਦਾ ਪ੍ਰਦੇਸ਼ ਅਧਿਕਸ਼ ਨੇ ਉਹ ਵੀ ਕਹਿੰਦੇ ਵੀ ਅਸੀਂ 117 ਸੀਟਾਂ ਤੇ ਲੜਾਂਗੇ, ਪਰ ਬੀਜੇਪੀ ਦੇ ਲੀਡਰਸ ਦੀ ਜੋ ਹਾਲਾਤ ਹੈ, ਬੀਜੇਪੀ ਨੂੰ ਜਿੱਥੇ ਲੀਡਰ ਜਾਂਦੇ ਆ ਉਹਨਾਂ ਦਾ ਜ਼ਬਰਦਸਤ ਵਿਰੋਧ ਹੁੰਦਾ ਹੈ। ਪੰਜਾਬ ਦੀ ਅਸੀਂ ਗੱਲ ਕਰੀਏ, ਤੁਹਾਡੇ ਘਰ ਦੇ ਬਾਹਰ ਵੀ ਪਿਛਲੇ 6 ਮਹੀਨਿਆਂ ਤੋਂ ਬਾਹਰ ਕਿਸਾਨਾਂ ਨੇ ਇੱਕ ਧਰਨਾ ਲਗਾਇਆ ਹੋਇਆ ਹੈ। ਜੇ ਤੁਹਾਡੇ ਦੂਸਰਾ ਰਸਤਾ ਨਾ ਹੋਵੇ ਤੇ ਸ਼ਾਇਦ ਤੁਹਾਨੂੰ ਵੀ ਨਿਕਲਣਾ ਵੀ ਮੁਸ਼ਕਿਲ ਕਰ ਦੇਣ। ਤੇ ਕਿਸ ਤਰ੍ਹਾਂ ਸਾਡੇ ਕੋਲ ਬੀਜੇਪੀ ਕਿਆ ਐਸਾ ਪਲਾਨ ਲੈ ਕੇ ਆਏਗੀ ਕਿ ਜਿਹਦੇ ਨਾਲ ਤੁਸੀਂ 117 ਸੀਟਾਂ ਤੇ ਜਾਓਗੇ ਤੇ ਤੁਸੀਂ ਇਸ ਆਸ ਨਾ ਜਾਓਗੇ, ਇਸ ਉਮੀਦ ਨਾ ਜਾਓਗੇ ਕਿ ਤੁਸੀਂ ਜਿੱਤ ਜਾਓਗੇ? ਬੀਜੇਪੀ ਨੇ ਹਮੇਸ਼ਾ ਆਪਦਾ ਜਿਹੜੀ ਹੁੰਦੀ ਹੈ ਉਹਨੂੰ ਅਫਸਰ ਹੀ ਤਬਦੀਲ ਕੀਤਾ ਹੈ। ਚਾਹੇ ਕਰੋਨਾ ਦਾ ਮੈਂ ਐਗਜ਼ਾਮਪਲ ਦਿਆਂਗਾ, ਇਹ ਆਪਦਾ ਦੇ ਰੂਪ ਵਿੱਚ ਆਇਆ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਦੂਰਦਰਸ਼ਿਤਾ ਕਾਰਨ, ਉਹਨਾਂ ਦੀ ਬੁੱਧੀਮਤਾ ਕਾਰਨ ਅਸੀਂ ਉਹਨੂੰ ਅਫਸਰ ਹੀ ਤਬਦੀਲ ਕਰਕੇ ਅੱਜ ਇੱਕ ਮੈਨੂਫੈਕਚਰਿੰਗ ਕੰਟਰੀ ਬਣਾ ਦਿੱਤਾ ਹੈ। ਇਸੇ ਤਰਜ਼ ਤੇ ਮੈਂ ਕਰਾਂਗਾ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਔਰ ਭਾਰਤੀ ਜਨਤਾ ਪਾਰਟੀ ਦਾ ਵਿਕਾਸ ਉਸ ਵੇਲੇ ਬਹੁਤ ਤੇਜ਼ ਗਤੀ ਨਾਲ ਹੋਇਆ ਹੈ ਜਿਸ ਵੇਲੇ ਅਵਰੋਧ ਪੈਦਾ ਹੋਏ। ਭਾਰਤੀ ਜਨਤਾ ਪਾਰਟੀ ਦੇ ਸਮੇਂ-ਸਮੇਂ ਤੇ ਪ੍ਰਤੀਬੰਧ ਵੀ ਲੱਗੇ। ਤੁਸੀਂ ਦੇਖਿਆ ਕਿ ਐਮਰਜੈਂਸੀ ਲੱਗੀ, ਐਮਰਜੈਂਸੀ ਤੋਂ ਬਾਅਦ ਪਾਰਟੀ ਹੋਰ ਪ੍ਰਫੁੱਲਤ ਹੋਈ। ਇਸੇ ਤਰ੍ਹਾਂ ਸਮੇਂ-ਸਮੇਂ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਸਮੇਂ ਸੀ ਜਿਸ ਵੇਲੇ 2 ਸਾਂਸਦ ਸੀਗੇ, ਪਰ ਉਸ ਤੋਂ ਬਾਅਦ ਉਸ ਵੇਲੇ ਲੋਕ ਸਮਝਦੇ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਅਸਤਿਤਵ ਦਾ ਪ੍ਰਸ਼ਨ ਰਹਿ ਗਿਆ। ਔਰ ਉਸ ਤੋਂ ਬਾਅਦ ਤੁਹਾਨੂੰ ਅਟਲ ਜੀ ਦਾ ਯਾਦ ਹੋਏਗਾ ਕਿ ਜਿਸ ਵੇਲੇ ਅਟਲ ਜੀ ਭਾਸ਼ਣ ਕਰ ਰਹੇ ਸੀ ਔਰ ਕਾਂਗਰਸ ਦੇ ਲੋਕ ਹੱਸ ਰਹੇ ਸੀ, ਉਸ ਵੇਲੇ ਅਟਲ ਜੀ ਨੇ ਕਿਹਾ ਸੀਗਾ ਕਿ एक दिन जनता आप पे हंसेगी जब भारतीय जनता पार्टी इस देश का नेतृत्व करेगी, इतनी संख्या होगी। सो भारतीय जनता पार्टी ਦਾ ਕਾਰਜਕਰਤਾ ਤੇ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਦਰਿਆ ਹੈ। ਮਤਲਬ ਤੁਸੀਂ ਕੌਨਫੀਡੈਂਟ ਹੋ? ਲੈਟ ਮੀ ਕੰਪਲੀਟ। ਦਰਿਆ ਹੈ ਕਿ ਤੁਸੀਂ ਦੇਖੋ ਕਿ ਖੜਾ ਪਾਣੀ ਜਿਹੜਾ ਉਹ ਸਟੈਗਨੈਂਟ ਹੁੰਦਾ ਹੈ, ਉਹ ਬਦਬੂ ਮਾਰਦਾ ਹੈਗਾ। ਜਿਸ ਵੇਲੇ ਚਟਾਨਾਂ ਰਸਤੇ ਚ ਆਉਂਦੀਆਂ ਨੇ, ਜਿਸ ਵੇਲੇ ਅਵਰੋਧ ਰਸਤੇ ਚ ਆਉਂਦੇ ਨੇ, ਦਰਿਆ ਦੀ ਗਤੀ ਤੇਜ਼ ਹੁੰਦੀ ਹੈ। ਸੋ ਮੈਂ ਇਹ ਉਦਾਹਰਨ ਭਾਰਤੀ ਜਨਤਾ ਪਾਰਟੀ ਲਈ ਦਿੱਤੀ ਹੈ ਕਿ ਸਾਨੂੰ ਜਿੰਨੇ ਅਵਰੋਧ ਮਿਲੇ ਨੇ ਅੱਜ ਤੱਕ ਇਤਿਹਾਸ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੁਗਣੀ ਗਤੀ ਦੇ ਨਾਲ ਵਿਕਾਸ ਹੋਇਆ ਔਰ ਉਹੀ ਪੰਜਾਬ ਵਿੱਚ ਹੋਏਗਾ। ਤੁਸੀਂ confident ਹੋ? ਪੰਜਾਬ ਵਿੱਚ ਪੂਰੀ ਤਰ੍ਹਾਂ ਨਾਲ ਅਸੀਂ ਕੌਨਫੀਡੈਂਟ ਆ। ਮੋਦੀ ਜੀ ਨੇ ਅੱਜ ਜੋ ਭ੍ਰਿਸ਼ਟਾਚਾਰ ਮੁਕਤ ਸੁਸ਼ਾਸਨ ਦਿੱਤਾ ਹੈ, ਮੋਦੀ ਜੀ ਨੇ ਅੱਜ ਜੋ ਆਖਰੀ ਆਦਮੀ ਤੱਕ, ਜੋ ਦੀਨ ਦਿਆਲ ਉਪਾਧਿਆਏ ਜੀ ਦਾ ਅੰਤੋਦੈ ਦਾ ਵਿਸ਼ੇ ਸੀ ਕਿ ਤਦ ਅਸੀਂ ਸਫਲ ਹੋਵਾਂਗੇ ਕਿ ਪੰਕਤੀ ਜਾਂ ਲਾਈਨ ਵਿੱਚ ਖੜੇ ਆਖਰੀ ਆਦਮੀ ਨੂੰ ਸੁਵਿਧਾ ਮਿਲੇਗੀ। ਅੱਜ ਮੋਦੀ ਜੀ ਨੇ ਕੀਤਾ, ਸ਼ੌਚਾਲय ਮੋਦੀ ਜੀ ਨੇ ਬਣਵਾਏ ਨੇ, ਅੱਜ ਮੋਦੀ ਜੀ ਨੇ ਮੁਫਤ ਗੈਸ ਦੇ ਸਿਲੰਡਰ ਦਿੱਤੇ ਨੇ, ਅੱਜ ਮੋਦੀ ਜੀ ਨੇ ਘਰ ਘਰ ਤੱਕ ਬਿਜਲੀ ਪਹੁੰਚਾਈ ਹੈ, ਅੱਜ ਮੋਦੀ ਜੀ ਨੇ ਦੇਸ਼ ਦੀ ਜਨਤਾ ਦਾ ਜੀਵਨ, ਖਾਸ ਕਰ ਗਰੀਬ ਜਨਤਾ ਦਾ ਜੀਵਨ, ਪਿਛੜੀ ਜਨਤਾ ਦਾ ਜੀਵਨ ਸਰਵ ਸੁਵਿਧਾ ਸੰਪन्न ਕੀਤਾ। ਅੱਜ ਮੋਦੀ ਜੀ ਨੇ OBC ਕਮਿਸ਼ਨ ਬਣਾਇਆ। ਉਹਦਾ ਮਤਲਬ ਕੀ ਸੀ ਕਿ ਜਿਹੜੇ ਪਿਛੜੇ ਲੋਕ ਨੇ, ਜਿਹੜੇ ਦੱਬੇ ਕੁਚਲੇ ਲੋਕ ਨੇ, ਉਹਨਾਂ ਦੀ ਸੁਣਵਾਈ ਹੋਏ। ਸੋ ਅੱਜ ਭਾਰਤੀ ਜਨਤਾ ਪਾਰਟੀ ਕੋਲ ਮੋਦੀ ਜੀ ਦੀਆਂ ਔਰ ਮੋਦੀ ਸਰਕਾਰ ਦੀ ਉਪਲਬਧੀਆਂ ਦਾ ਇੱਕ ਬੇਸ਼ਕੀਮਤੀ ਖਜ਼ਾਨਾ ਹੈ ਜਿਹਦੇ ਬੇਸ ਤੇ ਅਸੀਂ ਜਨਤਾ ਹੀ ਜਾਵਾਂ। ਤੁਸੀਂ ਮੋਦੀ ਸਾਹਿਬ ਦੀ ਗੱਲ ਕੀਤੀ, ਕਰੋਨਾ ਨੂੰ ਬੜਾ ਚੰਗੇ ਤਰੀਕੇ ਨਾਲ ਹੈਂਡਲ ਕੀਤਾ, ਪਰ ਐਸੇ ਆਰੋਪ ਲੱਗ ਰਹੇ ਨੇ ਵੀ ਜਦੋਂ ਕਰੋਨਾ ਨਾਲ ਲੋਕ ਮਰ ਰਹੇ ਸੀਗੇ, ਆਕਸੀਜਨ ਦੀ ਦੇਸ਼ ਕਮੀ ਸੀਗੀ ਤੇ ਮੋਦੀ ਸਾਹਿਬ ਪੱਛਮ ਬੰਗਾਲ ਦੇ ਵਿੱਚ ਬਿਜ਼ੀ ਸੀਗੇ ਇਲੈਕਸ਼ਨ ਦੀ ਕੈਂਪੇਨ ਦੇ ਵਿੱਚ,
ਤੇ ਨਾਲ ਦੀ ਨਾਲ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਉਹਨਾਂ ਨੂੰ ਸਿਲੰਡਰ ਦਿੱਤੇ ਨੇ ਲੋਕਾਂ ਉਜਵਲਾ ਸਕੀਮ ਦੇ ਤਹਿਤ, ਇੱਕ ਵਾਰੀ ਸਿਲੰਡਰ ਦਿੱਤੇ ਉਹਨਾਂ ਕੋਲ ਤਾਂ ਪੈਸੇ ਹੀ ਨਹੀਂ ਹੈ ਕਿ ਦੁਬਾਰਾ ਭਰਾ ਸਕਣ। ਇਹਦੇ ਨਾਲ ਹੀ ਮਲਿਕ ਸਾਹਿਬ ਸਵਾਲ ਮੇਰਾ ਆਇਆ ਹੈ, ਪੈਟਰੋਲ ਡੀਜ਼ਲ ਗੈਸ ਦੀ ਕੀਮਤਾਂ ਅਸਮਾਨ ਛੂ ਰਹੀਆਂ, ਕੋਈ ਗੱਲ ਨਹੀਂ। ਉਹੀ ਬੀਜੇਪੀ ਦੇ ਲੀਡਰ ਸੀਗੇ ਜਦੋਂ 5 ਜਾਂ 7 ਰੁਪਏ ਸਿਲੰਡਰ ਜਾਂ ਪੈਟਰੋਲ 2 ਰੁਪਏ ਵੱਧਦਾ ਸੀਗਾ ਤੇ ਸੜਕਾਂ ਤੇ ਉਤਰਾਉਂਦੇ ਸੀ, ਉਹਦੀ ਗੱਲ ਹੀ ਨਹੀਂ ਕੀਤੀ ਜਾ ਰਹੀ। ਅੱਜ ਸਭ ਤੋਂ ਪਹਿਲੇ ਤੇ ਮੋਦੀ ਜੀ ਦੀ ਇਹ ਸਫਲਤਾ ਹੈ ਕਿ ਇਹ ਆਪਦਾ ਕੋਈ ਦਰਵਾਜ਼ਾ ਤੇ ਦਸਤਕ ਦੇ ਕੇ ਨਹੀਂ ਆਈ। ਇਹ ਆਪਦਾ ਨੇ ਵਿਸ਼ਵ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਔਰ ਮੋਦੀ ਜੀ ਦੀ ਦੂਰਦਰਸ਼ਤਾ ਕਾਰਨ ਮੋਦੀ ਜੀ ਇੱਕ ਬੈਸਟ ਕਰੋਨਾ ਵਾਰੀਅਰ ਆਫ ਦਾ ਵਰਲਡ ਉੱਭਰ ਕੇ ਆਏ ਨੇ। ਕਿਉਂਕਿ ਚਾਹੇ ਉਹ ਵੈਂਟੀਲੇਟਰਸ ਹੋਣ, ਤੁਸੀਂ ਦੇਖੋ ਨਾ ਜਿੱਥੇ ਕਿ 16,000 ਵੈਂਟੀਲੇਟਰ ਸੀਗੇ, ਉਸ ਦੇਸ਼ ਦੇ ਵਿੱਚ ਆਜ਼ਾਦੀ ਤੋਂ 70 ਸਾਲ ਤੱਕ 16,000 ਵੈਂਟੀਲੇਟਰ ਸੀਗੇ। ਉਸ ਤੋਂ ਬਾਅਦ ਲੈਟ ਮੀ ਕੰਪਲੀਟ ਵਿੱਚ ਇੰਟਰਪਟ ਨਾ ਕਰੋ ਜੀ, ਉਹ 59,000 ਵੈਂਟੀਲੇਟਰ ਜਿਹੜੇ ਨੇ ਉਸੇ ਦੇਸ਼ ਨੇ ਮੋਦੀ ਜੀ ਦੇ ਨੇਤਰਤਵ ਵਿੱਚ ਇੱਕ ਵਰਸ਼ ਵਿੱਚ ਬਣਾਏ ਜਿੱਥੇ ਆਕਸੀਜਨ ਦੀ ਜ਼ਰੂਰਤ ਹੀ ਨਹੀਂ ਸੀ ਪਈ। ਉਹਦਾ ਕਾਰਨ ਕੀ ਸੀਗਾ ਕਿ ਕਰੋਨਾ ਮਹਾਮਾਰੀ ਕੋਈ ਪ੍ਰੀ ਸ਼ਡਿਊਲਡ ਨਹੀਂ ਸੀ ਕਿ ਜਿਹਦੇ ਬਾਰੇ ਸਾਰੇ ਤਿਆਰੀ ਸੀ। ਅੱਜ ਉਹ ਇੰਨੀ ਸਰਪਲਸ ਆਕਸੀਜਨ ਮੋਦੀ ਜੀ ਦੇ ਨੇਤਰਤਵ ਵਿੱਚ ਹੋ ਗਈ ਕਿ ਦਿੱਲੀ ਵਰਗੀ ਸਟੇਟ ਜਿਹਨੇ ਗਲਤ ਡਿਮਾਂਡ ਕੀਤੀ, ਉਹ ਕੇਜਰੀਵਾਲ ਨੂੰ ਮੰਨਣਾ ਪਿਆ ਕਿ ਸਾਡੇ ਕੋਲ ਸਰਪਲਸ ਆਕਸੀਜਨ ਹੈਗੀ ਹੈ, ਮੋਦੀ ਸਾਹਿਬ ਤੁਸੀਂ ਕਿਸੇ ਹੋਰ ਸਟੇਟ ਨੂੰ ਦਿਓ। ਅੱਜ ਮੋਦੀ ਸਾਹਿਬ ਦੇ ਨੇਤਰਤਵ ਵਿੱਚ ਹਰ ਹਸਪੀਟਲ ਦੇ ਵਿੱਚ ਆਕਸੀਜਨ ਦੇ ਸਿਲੰਡਰ ਲੱਗੇ ਨੇ। ਇਹਨੂੰ ਮੋਦੀ ਸਾਹਿਬ ਦੀ ਉਪਲਬਧੀ ਕਹਾਂਗੇ। ਐਕਚੁਅਲੀ ਵਿਪਕਸ਼ ਜਿਹੜਾ ਹੈ, ਪੁਰਾਣੇ ਸਮੇਂ ਦੇ ਵਿੱਚ ਕਾਂਗਰਸ ਘੁਟਾਲੇ ਕਰਦੀ ਸੀ, ਕਾਂਗਰਸ ਭ੍ਰਸ਼ਟਾਚਾਰ ਕਰਦੀ ਸੀ, 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਕੇਸ ਅੱਜ ਵੀ ਕਾਂਗਰਸ ਤੇ ਚੱਲ ਰਹੇ ਨੇ, ਪਰ ਮੋਦੀ ਜੀ ਦੀ ਸਰਕਾਰ ਦੇ ਉੱਤੇ ਕੋਈ ਉਂਗਲ ਨਹੀਂ ਚੁੱਕ ਸਕਿਆ। ਜਿਹੜਾ ਵਿਪਕਸ਼ ਜਿਹੜਾ ਹੈ ਉਹਦੇ ਕੋਲ ਕੋਈ ਮੁੱਦਾ ਨਹੀਂ ਹੈ ਤੇ ਐਸੇ ਮੁੱਦੇ ਉਠਾਉਂਦਾ ਹੈ ਜਿਹੜੇ ਬਾਅਦ ਵਿੱਚ ਝੂਠੇ ਸਾਬਤ ਹੁੰਦੇ ਨੇ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂਗਾ, ਰਾਫੇਲ ਦੀ ਇੱਕ ਪਰਚੇਜ਼ ਹੋਈ, ਬੜਾ ਰਾਹੁਲ ਗਾਂਧੀ ਨੇ ਉਛਲ ਕੇ ਭਾਸ਼ਣ ਦਿੱਤੇ ਰਾਫੇਲ ਦੇ, ਔਰ ਉਸੇ ਹੀ ਰਾਹੁਲ ਗਾਂਧੀ ਨੂੰ ਕੋਰਟ ਜਾ ਕੇ ਮਾਫੀ ਮੰਗਣੀ ਪਈ। ਅੱਜ ਕੇਜਰੀਵਾਲ ਨੇ ਆਰੋਪ ਲਗਾਏ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਉੱਤੇ, ਅੱਜ ਉਸੇ ਕੇਜਰੀਵਾਲ ਨੂੰ ਆਪਣੇ ਝੂਠੇ ਆਰੋਪਾਂ ਕਰਕੇ ਗਡਕਰੀ ਜੀ ਤੋਂ ਔਰ ਸਵਰਗੀ ਜੇਤਲੀ ਜੀ ਤੋਂ ਮਾਫੀ ਮੰਗਣੀ ਪਈ। ਇਹ ਉਹ ਭਾਰਤੀ ਜਨਤਾ ਪਾਰਟੀ ਹੈ। ਤੁਸੀਂ ਇਹ ਦੇਖਣਾ ਕਿ ਜਿੰਨੇ ਝੂਠੇ ਆਰੋਪ, ਆਕਸੀਜਨ ਤੋਂ ਤੁਹਾਨੂੰ ਮੈਂ ਸਾਹਮਣੇ ਦੱਸਤਾ ਕਿ ਆਕਸੀਜਨ ਦਾ ਆਰੋਪ ਨਿਰਾਧਾਰ ਆਰੋਪ ਹੈ। ਅੱਜ ਦੀ ਡੇਟ ਵਿੱਚ ਜਿੰਨੀ ਸਾਲਾਨਾ ਮੋਦੀ ਜੀ, ਅੱਜ ਤੁਸੀਂ ਦੇਖੋ ਵੈਕਸੀਨੇਸ਼ਨ ਪਲਾਨ ਹੈ। ਲੈਟ ਮੀ ਕੰਪਲੀਟ, ਇਫ ਯੂ ਹੈਵ ਕੁਐਸਚਨ ਲੈਟ ਮੀ ਗਿਵ ਯੂ ਦਾ ਕੰਪਲੀਟ ਡਾਟਾ ਫॉर ਦਾ ਪੀਪਲ। ਜਿੰਨੇ ਲੋਕ ਸ਼ਰੋਤਾ ਸਾਨੂੰ ਦੇਖ ਰਹੇ ਨੇ ਕਿ ਅੱਜ ਦੀ ਡੇਟ ਦੇ ਵਿੱਚ ਮੋਦੀ ਜੀ ਨੇ ਜੋ ਵੈਕਸੀਨੇਸ਼ਨ ਪਲਾਨ ਬਣਾਇਆ ਹੈ, ਜੋ ਫ੍ਰੀ ਵੈਕਸੀਨੇਸ਼ਨ ਹੋ ਰਹੀ ਹੈ, 1 ਕਰੋੜ ਪਰ ਡੇ ਦੇ ਹਿਸਾਬ ਦੇ ਨਾਲ ਵੈਕਸੀਨੇਸ਼ਨ ਹੋ ਰਹੀ ਹੈ। ਉਸ ਕਰਕੇ ਕਰੋਨਾ ਦੀ ਦਰ ਨੀਚੇ ਆ ਗਈ ਕਿ ਲੋਕਾਂ ਨੂੰ ਵੈਕਸੀਨੇਟ ਕੀਤਾ ਹੈ। ਇਹ ਕ੍ਰੈਡਿਟ ਕਿਹਨੂੰ ਜਾਂਦਾ ਹੈ? ਇਹ ਮੋਦੀ ਜੀ ਦੀ ਵਿਲ ਪਾਵਰ ਨੂੰ ਜਾਂਦਾ ਹੈਗਾ। ਸੋ ਇਹ ਜੋ ਵਿਪਕਸ਼ੀ ਪਾਰਟੀਆਂ ਕੋਲ ਮੁੱਦਾ ਕੋਈ ਨਹੀਂ ਹੈ। ਅੱਜ ਉਹ ਕਦੀ ਕੋਈ ਮੁੱਦਾ ਚੁੱਕਦੇ ਨੇ। ਅੰਬੈਰਸ ਹੁਣ ਪੱਛਮੀ ਬੰਗਾਲ ਦਾ ਤੁਸੀਂ ਦੂਜਾ ਪ੍ਰਸ਼ਨ ਕੀਤਾ ਸੀ, ਨਹੀਂ ਉਹਦੇ ਨਾਲ ਪੱਛਮੀ ਬੰਗਾਲ ਚੁਣਾਵ ਦੇ ਵਿੱਚ ਇੱਕ ਡੈਮੋਕ੍ਰੇਸੀ ਹੈ। ਇਹ ਚੁਣਾਵ ਮੋਦੀ ਜੀ ਚੁਣਾਵ ਕਰਵਾਉਣ ਵਾਲੇ ਨਹੀਂ ਹੈਗੇ। ਚੁਣਾਵ ਕਰਵਾਉਣ ਵਾਲਾ ਕਨਸਟੀਟਿਊਸ਼ਨਲ ਚੁਣਾਵ ਕਮਿਸ਼ਨ ਹੈ, ਜਿਹੜਾ ਕਿ ਕੇਂਦਰ ਸਰਕਾਰ ਦੇ ਅੰਡਰ ਨਹੀਂ ਹੈ। ਚੁਣਾਵ ਕਮਿਸ਼ਨ ਇੱਕ ਆਟੋਨੋਮਸ ਬਾਡੀ ਹੈ। ਕਿਸੇ ਵੀ ਸਟੇਟ ਦੇ ਵਿੱਚ ਚੁਣਾਵ ਹੋਣਗੇ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਉੱਤੇ ਚੁਣਾਵ ਦੇ ਵਿੱਚ ਪ੍ਰਚਾਰ ਕਰਨ ਜਾਂਦੀਆਂ ਨੇ। ਉਹਦੇ ਵਿੱਚ TMC ਨੇ ਵੀ ਚੁਣਾਵ ਕੀਤਾ, ਪ੍ਰਚਾਰ ਕੀਤਾ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੀ ਚੁਣਾਵ ਪ੍ਰਚਾਰ ਕੀਤਾ, ਉਹਦੇ ਵਿੱਚ ਕਾਂਗਰਸ ਨੇ ਵੀ ਚੁਣਾਵ ਪ੍ਰਚਾਰ ਕੀਤਾ। ਉਸ ਸਮੇਂ ਕਿਹੜੀ ਪਾਰਟੀ ਸੀ ਜਿਹਨੇ ਚੁਣਾਵ ਪ੍ਰਚਾਰ ਨਹੀਂ ਕੀਤਾ? ਇਹ ਚੁਣਾਵ ਮੋਦੀ ਜੀ ਨੇ ਘੋਸ਼ਿਤ ਨਹੀਂ ਕੀਤੇ ਸੀ। ਕਰੋਨਾ ਕਾਲ ਚੱਲ ਰਿਹਾ ਸੀ, ਪਰ ਸਾਈਮਲਟੇਨੀਅਸਲੀ ਕਰੋਨਾ ਨਾਲ ਨਿਪਟਣ ਦੇ ਜਿੰਨੇ ਉਪਾਏ ਸੀ, ਜਿੰਨੇ ਉਹਦੇ ਸੀਗੇ, ਉਹ ਕਿਤੇ ਇਗਨੋਰ ਨਹੀਂ ਹੋਏ। ਉਹ ਨਾਲ ਹੈਲਥ ਮਿਨਿਸਟਰੀ ਵੱਲੋਂ ਔਰ ਮੋਦੀ ਸਰਕਾਰ ਵੱਲੋਂ ਚੱਲਦੇ ਰਹੇ। ਪਰ ਚੁਣਾਵ ਪ੍ਰਕਿਰਿਆ ਵਿੱਚ ਤੁਸੀਂ ਇਕੱਲੇ ਭਾਰਤੀ ਜਨਤਾ ਪਾਰਟੀ ਦੇ ਜੋ ਆਰੋਪ ਲਗਾ ਰਹੇ ਹੋ ਕਿ ਉਹਨਾਂ ਨੇ ਭਾਗ ਲਿਆ, ਬਾਕੀ ਪਾਰਟੀਆਂ ਮੈਨੂੰ ਦੱਸੋ ਕਿਹੜੀ ਪਾਰਟੀ ਸੀ? ਪ੍ਰਧਾਨ ਮੰਤਰੀ ਜੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ। ਪ੍ਰਧਾਨ ਮੰਤਰੀ ਮੈਂ ਦੱਸ ਰਿਹਾ ਤੁਹਾਨੂੰ, ਪ੍ਰਧਾਨ ਮੰਤਰੀ ਜੀ ਨੂੰ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਬਣਾਇਆ। ਸੋ ਉਹ ਕਾਰਜਕਰਤਾ ਦੇ ਰੂਪ ਵਿੱਚ ਉੱਥੇ ਪ੍ਰਚਾਰ ਵੀ ਕਰ ਰਹੇ ਸੀਗੇ
ਔਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣਾ ਦਾਇਿਤਵ ਸਫਲਤਾਪੂਰਵਕ ਨਿਭਾ ਵੀ ਰਹੇ ਸੀ। ਤੁਸੀਂ ਰਾਫੇਲ ਦੀ ਗੱਲ ਕੀਤੀ ਹੈ ਮਲਿਕ ਸਾਹਿਬ ਵੀ ਉਹ ਬਿਲਕੁਲ ਝੂਠ ਨਿਕਲਿਆ, ਪਰ ਫਰਾਂਸ ਦੀ ਸਰਕਾਰ ਨੇ ਤੇ ਮੰਨ ਲਿਆ ਵੀ ਇਹਦੇ ਵਿੱਚ 8000 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ। ਉਹਨਾਂ ਨੇ ਇੱਕ ਕਮਿਸ਼ਨ ਬਿਠਾ ਦਿੱਤਾ। ਦੈਟ ਇਜ਼ ਸਬ ਜੂਡਿਸ, ਉਹ ਹੀ ਹਾਰ ਹੋਏਗੀ ਔਰ ਉਹ ਹਾਰ ਲਈ ਵੀ ਇਹ ਜਿਹੜੇ ਉੱਤਰਦਾਈ ਲੋਕ ਨੇ ਇਹਨਾਂ ਨੂੰ ਮਾਫੀ ਮੰਗਣੀ ਪਏਗੀ। ਦੈਟ ਮੈਟਰ ਇਜ਼ ਸਬ ਜੂਡਿਸਟ, ਕੋਈ ਵਰਡਿਕਟ ਨਹੀਂ, ਸਬ ਜੂਡਿਸ ਹੈ, ਵਰਡਿਕਟ ਹੈ। ਦੇਖੋ ਡੈਮੋਕ੍ਰੈਟਿਕ ਪ੍ਰੋਸੈਸ ਹੈ, ਜਿੰਨੇ ਕੇਸਿਸ ਚੱਲ ਰਹੇ ਨੇ ਅਦਾਲਤਾਂ ਦੇ ਵਿੱਚ, ਉਹਦੇ 'ਚ ਇਹ ਮਤਲਬ ਨਹੀਂ ਕਿ ਉਹ ਕੇਸਿਸ ਦੇ ਵਿੱਚ ਵਰਡਿਕਟ ਜਿਹੜਾ ਹੈਗਾ ਉਹ ਤੁਹਾਡੇ ਖਿਲਾਫ ਆ ਰਿਹਾ ਹੈ। ਇਹ ਤੇ ਵਰਡਿਕਟ ਆਏਗਾ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਆਰੋਪ ਲਗਾਇਆ, ਜਿੰਨੀ ਦੇਰ ਉਹ ਆਰੋਪ ਲਗਾਉਂਦਾ ਰਿਹਾ ਉਹ ਬੜੇ ਬੜੇ ਅਪਸ਼ਬਦ ਕਹੇ ਜਿਹੜੇ ਕਿ ਮੈਂ ਭਾਸ਼ਾ 'ਚ ਨਹੀਂ ਲੈ ਸਕਦਾ ਕਿ ਮੋਦੀ ਜੀ ਔਰ ਉਹਨਾਂ ਦੀ ਆਜੂ ਵਿੱਚ ਵੀ ਬੜਾ ਫਰਕ ਹੈ। ਔਰ ਮੋਦੀ ਜੀ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਨੇ, ਰਾਹੁਲ ਗਾਂਧੀ ਨੇ ਮਰਿਆਦਾ ਤੋਂ ਨੀਚੇ ਜਾ ਕੇ ਉਹਨਾਂ ਦੇ ਆਰੋਪ ਲਗਾਏ। ਉਹ ਸ਼ਬਦ ਵੀ ਮੈਂ ਯੂਜ਼ ਨਹੀਂ ਕਰ ਸਕਦਾ ਜੋ ਮੋਦੀ ਜੀ ਬਾਰੇ ਕਹੇ, ਪਰ ਉਸੇ ਹੀ ਰਾਹੁਲ ਗਾਂਧੀ ਨੂੰ ਆਪਣਾ ਬਚਾਅ ਕਰਨ ਲਈ, ਜੇਲ੍ਹ ਜਾਣ ਤੋਂ ਬਚਣ ਲਈ ਮਾਫੀ ਮੰਗਣੀ ਪਈ। ਸੋ ਇਹ ਜਿੰਨੀਆਂ ਇਨਕੁਆਇਰੀਜ਼ ਚੱਲ ਰਹੀਆਂ ਨੇ, ਲੈਟ ਦਾ ਵਰਡਿਕਟ ਕਮ। ਭਾਰਤੀ ਜਨਤਾ ਪਾਰਟੀ ਦੇ ਜਿੰਨੀਆਂ ਇਨਕੁਆਇਰੀਆਂ ਚੱਲੀਆਂ ਨੇ ਉਹ ਬਾਅਦ ਵਿੱਚ ਜਿੱਤ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਹੋਈ। ਪੈਟਰੋਲ ਵਧ ਰਿਹਾ, ਡੀਜ਼ਲ ਵਧ ਰਿਹਾ, ਗੈਸ ਤੇ ਸਬਸਿਡੀ ਆਲਮੋਸਟ ਖਤਮ ਕਰਤੀ ਗਈ ਹੈ। ਕਿਹਾ ਗਿਆ ਸੀ ਵੀ ਕਿਸਾਨਾਂ ਦੀ ਅਸੀਂ ਆਮਦਨੀ ਦੁੱਗਣੀ ਕਰ ਦਿਆਂਗੇ। ਦੇਖੋ ਇਹ ਸਭ ਹਜੇ ਤੱਕ ਇਹਦੇ ਚ ਹੋਇਆ ਕੀ? ਅੱਜ ਦੀ ਡੇਟ ਦੇ ਵਿੱਚ ਕਿਸਾਨਾਂ ਦੀ ਆਮਦਨੀ ਦੁੱਗਣੀ ਹੋ ਗਈ ਹੈ, ਪਰ ਕਿਸਾਨ ਮੇਰੀ ਗੱਲ ਅੰਡਰਸਟੈਂਡ ਕਰੋ ਜੀ, ਕਿਸਾਨ ਨਹੀਂ ਮੰਨ ਰਹੇ ਨਾ, ਅੰਡਰਸਟੈਂਡ ਕਰੋ। ਮੈਂ ਡਾਟੇ ਦੀ ਗੱਲ ਕਰ ਰਿਹਾ ਹਾਂ। ਮੋਦੀ ਜੀ ਨੇ ਜੋ ਵਾਅਦਾ ਕੀਤਾ ਉਸ ਹਿਸਾਬ ਦੇ ਨਾਲ ਅੱਜ ਤੁਸੀਂ ਮੈਥਮੈਟਿਕਲੀ ਮੈਨੂੰ ਚੈਲੰਜ ਨਹੀਂ ਕਰ ਸਕਦੇ। ਮੈਥਮੈਟਿਕਲ ਫਿਗਰਸ ਬੋਲਦੀਆਂ ਨੇ, ਚਾਹੇ ਉਹ ਕਣਕ ਹੋਏ, ਚਾਹੇ ਨਹੀਂ, ਸੁਣੋ ਨਾ ਜੀ, ਸੁਣੋ। ਮੰਨਣ ਜਾਂ ਨਾ ਮੰਨਣ ਦਾ ਪ੍ਰਸ਼ਨ ਨਹੀਂ, ਪ੍ਰਸ਼ਨ ਹੁੰਦਾ ਹੈ ਵਾਅਦੇ ਦਾ ਔਰ ਮੈਥਮੈਟਿਕਸ ਦਾ ਕਿ ਫਿਗਰ ਕੀ ਬੋਲਦੀ ਪਈ ਹੈ ਕਿ ਫਿਗਰਾਂ ਦੇ ਹਿਸਾਬ ਦੇ ਨਾਲ 2 ਗੁਣਾ ਤੋਂ 3 ਗੁਣਾ ਤੱਕ ਫਸਲਾਂ ਦੀ MSP ਜਿਹੜੀ ਹੈ ਉਹ ਵੱਧ ਚੁੱਕੀ ਹੈ। ਔਰ ਤੁਸੀਂ ਮੋਦੀ ਜੀ ਦੀ ਇਮਾਨਦਾਰੀ ਦੇਖੋ, ਰੀਸੈਂਟਲੀ ਜਿਹੜੀ ਕੈਬਨਿਟ ਦੀ ਬੈਠਕ ਵੀ ਉਹਨਾਂ ਨੇ ਕੀਤੀ ਹੈ, ਉਹਦੇ ਵਿੱਚ ਵੀ ਉਹਨਾਂ ਨੇ MSP ਜਿਹੜੀ ਹੈ ਉਹ ਕਈ ਵਸਤੂਆਂ ਦੇ ਉੱਤੇ ਵਧਾਈ ਹੈ, ਜਿਹਦੇ ਨਾਲ ਕਿ ਕਿਸਾਨਾਂ ਨੂੰ ਰਿਲੀਫ ਮਿਲਿਆ। ਕਿਸੇ ਦੇ ਮੰਨਣ ਜਾਂ ਨਾ ਮੰਨਣ ਦੀ ਗੱਲ ਨਹੀਂ ਹੁੰਦੀ, ਮੈਥਮੈਟਿਕਸ ਬੋਲਦਾ ਹੈ ਕਿ ਕਾਂਗਰਸ ਦੇ ਟਾਈਮ ਸਵਾਮੀਨਾਥਨ ਕਮਿਸ਼ਨ ਕਿਉਂ ਨਹੀਂ ਲਾਗੂ ਹੋਇਆ। ਕਾਂਗਰਸ ਦੇ 10 ਸਾਲ ਰਹੇ, ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ, ਮੋਦੀ ਜੀ ਨੇ ਕਿਹਾ ਕਿ ਮੈਂ ਦੁਗਣੀ ਕਰਾਂਗਾ, ਮੈਂ ਤਿਗਣੀ ਕਰਾਂਗਾ, ਔਰ ਅੱਜ ਉਹ ਪ੍ਰੈਕਟੀਕਲੀ ਡਬਲ ਤੋਂ ਵੱਧ फिगर्स बोल रही है। प्रत्यक्ष को प्रमाण की आवश्यकता नहीं होती। सो मैं वो कह रहा हूं डीजल वध ਰਿਹਾ ਜੀ ਬਹੁਤ। ਜਦੋਂ ਮੇਰਾ ਸਵਾਲ ਹੈ ਜੀ, ਜਦੋਂ ਤੇਲ ਡੀਜ਼ਲ ਦੀਆਂ ਕੀਮਤਾਂ ਇੰਟਰਨੈਸ਼ਨਲ ਮਾਰਕੀਟ 'ਚ ਘਟਦੀਆਂ, ਸਰਕਾਰਾਂ ਐਕਸਾਈਜ਼ ਲਗਾ ਦਿੰਦੀਆਂ, ਜਦੋਂ ਵੱਧਦੀਆਂ ਜਾਂ ਬਰਾਬਰ ਆਉਂਦੀਆਂ, ਤੇਲ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਤੇਲ, ਡੀਜ਼ਲ ਤੇ ਗੈਸ, ਇਹਦੇ ਵਿੱਚ ਇਹਦਾ ਉੱਤਰ ਇਹ ਹੈ ਜੀ ਕਿ ਇੱਕ ਤੇ ਸਾਡੇ ਸਾਬਕਾ ਪੂਰਵ ਵਿੱਤ ਮੰਤਰੀ ਸਵਰਗੀ ਅਰੁਣ ਜੇਤਲੀ ਜੀ ਨੇ ਬੜਾ ਅੱਛਾ ਨਿਵਾਰਨ ਦਿੱਤਾ ਸੀਗਾ ਕਿ ਇਹ ਜਿਹੜਾ ਤੇਲ ਡੀਜ਼ਲ ਹੈ ਇਹਨੂੰ ਵੈਟ ਦੇ ਵਿੱਚ ਲੈ ਆਂਦਾ ਜਾਏ। ਸਟੇਟ ਸਰਕਾਰਾਂ ਨੇ ਇਹਦੇ ਵਿੱਚ ਪਹਿਲ ਕਰਨੀ ਸੀ, ਕਿਉਂਕਿ ਇੱਕ ਬੋਡੀ ਬਣੀ ਹੋਈ ਹੈ ਡੈਮੋਕ੍ਰੈਟਿਕ ਜਿਹੜੀ GST ਕਾਉਂਸਲ ਹੈ। GST ਕਾਉਂਸਲ ਬਹੁਮਤ ਦੇ ਨਾਲ ਨਿਰਣੇ ਕਰਦੀ ਹੈ। ਜੇ ਇਹ GST 'ਚ ਆ ਜਾਏਗਾ ਤੇ ਉਹਦੇ ਨਾਲ ਇੱਕ ਨਾਰਮਲ ਪ੍ਰਾਈਸ ਹੋ ਜਾਏਗੀ, ਨੰਬਰ 1। ਨੰਬਰ 2, ਤੇਲ ਕੰਪਨੀ ਹਮੇਸ਼ਾ ਆਟੋਨੋਮਸ ਰਹੀ ਹੈ, ਕੋਈ ਸਾਡੀ ਸਰਕਾਰ ਹੀ ਨਹੀਂ ਵਧੇ। ਇਹ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਵੀ 100 ਰੁਪਏ ਤੱਕ ਟੱਚ ਕੀਤਾ ਸੀਗਾ। ਔਰ ਉਹਦੇ ਵਿੱਚ ਹਰ ਸਰਕਾਰ ਦੇ ਵਿੱਚ ਜਿਹੜਾ ਕਰੂਡ ਆਇਲ ਦੇ ਨਾਲ ਕੰਪਨੀਆਂ ਜਿਹੜੀਆਂ ਨੇ ਉਹ ਤੇਲ ਨੂੰ ਵਧਾਉਂਦੀਆਂ ਘਟਾਉਂਦੀਆਂ ਨੇ। ਇਹਦੇ ਸਰਕਾਰ ਦਾ ਰੋਲ ਕੇਵਲ ਐਕਸਾਈਜ਼ ਦਾ ਹੁੰਦਾ ਹੈ। ਮੈਂ ਪੰਜਾਬ ਸਰਕਾਰ ਨੂੰ ਹੀ ਕਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਇੰਨੇ ਦਾਅਵੇ ਕਰਦੇ ਨੇ, ਸਭ ਤੋਂ ਵੱਧ ਟੈਕਸ ਜਿਹੜਾ ਹੈ ਉਹ ਅੱਜ ਪੈਟਰੋਲ ਡੀਜ਼ਲ ਦੇ ਉੱਤੇ ਲੈ ਰਹੇ ਨੇ, ਉਹਦਾ ਟੈਕਸ ਕਰਦੇ ਨੇ ਕਿ ਐਗਜ਼ਾਮਪਲ ਸੈੱਟ ਕਰਨ। ਮਲਿਕ ਸਾਹਿਬ, ਮਨੋਹਰ ਲਾਲ ਖੱਟਰ ਦੀ ਸਰਕਾਰ ਵੱਲੋਂ ਕਿਸਾਨਾਂ ਤੇ ਜੋ ਵੀ ਤਸ਼ੱਦਦ ਹੋਇਆ, 4 ਦਿਨ ਕਿਸਾਨਾਂ ਨੇ ਜਿਹੜਾ ਸਚਿਵਾਲਿਆ ਘੇਰੇ ਰੱਖਿਆ ਹੈ। SDM ਨੂੰ ਮੰਗ ਕਰ ਰਹੇ ਸੀ, ਉਹਨਾਂ ਦੀ ਡਿਮਾਂਡ ਤੇ ਬੜੀ ਜੈਨੂਇਨ ਸੀ ਵੀ SDM ਦੇ ਉੱਪਰ ਕਾਰਵਾਈ ਕੀਤੀ ਜਾਏ ਤੇ ਜਿਹੜਾ ਕਿਸਾਨ ਦੀ ਮੌਤ ਹੋਈ ਹੈ ਉਹਨੂੰ ਮੁਆਵਜ਼ਾ ਦਿੱਤਾ ਜਾਵੇ। ਇਹਨੂੰ ਸਾਰੇ ਪ੍ਰਕਰਨ ਨੂੰ ਤੁਸੀਂ ਕਿਦਾਂ ਦੇਖਦੇ ਹੋ ਵੀ ਇਹ ਬਹੁਤ ਜਲਦਬਾਜ਼ੀ ਨਹੀਂ ਕੀਤੀ ਖੱਟਰ ਸਾਹਿਬ ਨੇ ਆਪਣੇ ਉਹਨਾਂ ਬੰਦਿਆਂ ਨੂੰ ਆਦੇਸ਼ ਦੇ ਕੇ? ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰਾਂਗਾ ਜੀ, ਕਿਉਂਕਿ ਇਹਦੇ ਬਾਰੇ ਮੀਟਿੰਗਸ ਚੱਲ ਰਹੀਆਂ ਨੇ ਇਸ ਵੇਲੇ। ਪ੍ਰਸ਼ਾਸਨ ਦੀਆਂ ਔਰ ਕਿਸਾਨਾਂ ਦੀਆਂ ਆਪਸ ਵਿੱਚ ਬੈਠਕਾਂ ਨਿਯਮਿਤ ਰੂਪ ਵਿੱਚ ਇਹਦੇ ਤੇ ਚੱਲ ਰਹੀਆਂ ਨੇ। ਸੋ ਉਹ ਜਦ ਤੱਕ ਨਿਰਣੇ ਨਹੀਂ ਆਉਂਦਾ, ਕਿਉਂਕਿ ਮੈਂ ਪੰਜਾਬ ਵਿੱਚ ਬੈਠਾ ਹਾਂ, ਮੈਂ ਪੰਜਾਬ ਬਾਰੇ ਗੱਲ ਕਰ ਸਕਦਾ ਹਾਂ। ਜਿਹੜਾ ਇੱਕ ਮੈਟਰ ਸਟਿਲ ਅੰਡਰ ਇਨਕੁਆਇਰੀ ਹੈ, ਆਈ ਡੋਂਟ ਵਾਂਟ ਟੂ ਕਮੈਂਟ ਔਨ ਦੈਟ। ਅੱਛਾ ਮਲਿਕ ਸਾਹਿਬ, ਤੁਸੀਂ ਅੰਮ੍ਰਿਤਸਰ ਦੇ ਮੇਅਰ ਵੀ ਰਹੇ ਹੋ ਲੰਬੇ ਸਮੇਂ ਤੋਂ, ਤੁਸੀਂ ਹੁਣ ਦੇਖੋ ਸੰਸਦ ਵੀ ਹੋ ਕੇ, ਤੁਹਾਡਾ ਫੋਕਸ ਬੜਾ
ਅੰਮ੍ਰਿਤਸਰ 'ਚ ਰਿਹਾ, ਦੇਖਿਆ ਜਾਏ ਤਾਂ ਤੁਸੀਂ ਕਈ ਇਲਾਕਿਆਂ ਦੇ ਵਿੱਚ ਜਿਮ ਵੀ ਲਗਾ ਰਹੇ ਲੋਕ। ਇਹ ਬੀਜੇਪੀ ਦੇ ਵੀ ਕਾਰਜਕਰਤਾ ਕਈ ਸ਼ਾਇਦ ਇਹ ਕਹਿ ਰਹੇ ਨੇ ਵੀ ਮਲਿਕ ਸਾਹਿਬ ਹੁਣ ਅੰਮ੍ਰਿਤਸਰ ਖਾਸ ਕਰੋ ਇੱਕ ਫੋਕਸ ਕਿਹਾ ਜਾ ਰਿਹਾ ਕਿ ਨਾਰਥ ਵਿਧਾਨ ਸਭਾ ਹਲਕੇ 'ਚੋਂ ਤੁਸੀਂ ਇਲੈਕਸ਼ਨ ਲੜੋਗੇ MLA ਦਾ। ਨਿਰਣੇ ਪਾਰਟੀ ਨੇ ਕਰਨੇ ਹੁੰਦੇ ਨੇ, ਅਸੀਂ ਪਾਰਟੀ ਦਾ ਸਿਪਾਹੀ ਹੈਗੇ ਆ। ਮੈਂ ਤਾਂ ਸਾਰੇ ਸ਼ਹਿਰ ਦੇ ਵਿੱਚ ਵੀ ਵਿਕਾਸ ਕਰ ਰਿਹਾ। ਮੈਂ ਪੰਜਾਬ ਦੇ ਵਿਧਾਇਕਾਂ ਨੂੰ ਵੀ ਫੰਡ ਜਾਰੀ ਕੀਤੇ ਨੇ, ਪੰਜਾਬ ਦੇ ਵਿੱਚ ਵੀ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਮੈਂ ਆਪਣੇ ਰਾਜ ਸਭਾ ਦਾ ਸੰਸਦ ਹੋਣ ਦੇ ਨਾਤੇ ਫੰਡ ਜਾਰੀ ਕੀਤੇ ਨੇ। ਔਰ ਕਿਉਂਕਿ ਮੈਂ ਮੂਲ ਨਿਵਾਸੀ ਅੰਮ੍ਰਿਤਸਰ ਦਾ ਵਾਂ ਔਰ ਅੰਮ੍ਰਿਤਸਰ ਦੇ ਵਿੱਚ ਭਾਜਪਾ ਦਾ ਸੰਸਦ ਹੋਣ ਦੇ ਨਾਤੇ ਅੰਮ੍ਰਿਤਸਰ ਸਾਰੇ ਦਾ ਹੀ ਵਿਕਾਸ ਕਰ ਰਿਹਾ। ਮੈਂ ਸੈਂਟਰ ਕੌਂਸਟੀਚੁਐਂਸੀ ਦੇ ਵਿੱਚ ਵੀ ਵਿਕਾਸ ਕੀਤਾ ਹੈ, ਮੈਂ ਈਸਟ ਕੌਂਸਟੀਚੁਐਂਸੀ ਵਿੱਚ ਵੀ ਵਿਕਾਸ ਕੀਤਾ ਹੈ, ਮੈਂ ਨਾਰਥ ਕੌਂਸਟੀਚੁਐਂਸੀ ਵਿੱਚ ਵੀ ਵਿਕਾਸ ਕੀਤਾ ਹੈ, ਮੈਂ ਵੈਸਟ ਕੌਂਸਟੀਚੁਐਂਸੀ ਵਿੱਚ ਵੀ ਵਿਕਾਸ ਕੀਤਾ। ਸੋ ਉਸ ਲਿਹਾਜ਼ ਦੇ ਨਾਲ ਸਾਰੇ ਅੰਮ੍ਰਿਤਸਰ ਦਾ ਓਵਰਆਲ। ਔਰ ਮੈਂ ਜਿਹੜਾ ਮੈਂ ਪਿੰਡ ਅਡਾਪਟ ਕੀਤਾ ਸੀਗਾ ਮੈਂ ਉਹਦੇ ਵਿੱਚ ਵੀ ਵਿਕਾਸ ਕੀਤਾ। ਅੱਛਾ, ਫਿਰ ਤੁਸੀਂ ਕਹੋਗੇ ਮੈਂ ਅਟਾਰੀ ਵਿਧਾਨ ਸਭਾ ਦੇ ਵਿੱਚ ਵੀ ਵਿਕਾਸ ਕੀਤਾ, ਮੈਂ ਮਜੀਠਾ ਵਿਧਾਨ ਸਭਾ ਦੇ ਵਿੱਚ ਵੀ ਵਿਕਾਸ ਕੀਤਾ ਹੈ। ਮਜੀਠੇ ਦੇ ਵਿੱਚ ਵੀ ਮੇਰੇ ਤੁਸੀਂ ਫੰਡ ਦੇ ਵਿੱਚੋਂ ਸ਼ੁਰੂ ਵਿੱਚ ਜਿਹੜੇ ਸੀਗੇ ਅਸੀਂ ਫੰਡ ਜਾਰੀ ਕੀਤੇ ਸੀਗੇ। ਮੈਂ ਰਾਜਾ ਸੰਸਦੀ ਇਲਾਕੇ 'ਚ ਵੀ ਵਿਕਾਸ ਕੀਤਾ। ਨਹੀਂ, ਪਰ ਕਿਹਾ ਜਾ ਰਿਹਾ ਫੋਕਸ ਤੁਹਾਡਾ ਨਾਰਥ ਵਿਧਾਨ ਸਭਾ। ਨਹੀਂ, ਇਹ ਫੋਕਸ ਕਿਸ ਤਰ੍ਹਾਂ ਕਿਹਾ ਜਾ ਰਿਹਾ ਹੈ? ਇਹ ਦੇਖੋ, ਅਸੀਂ ਸਿਪਾਹੀ ਹੈਗੇ ਆ ਬਾਰਡਰ ਤੇ ਲੜਨ ਵਾਲੇ। ਸਾਡੇ ਨਿਰਣਾਇਕ ਜਰਨੈਲ ਦਿੱਲੀ ਬੈਠੇ ਨੇ, ਮੋਦੀ ਸਾਹਿਬ ਨੇ, ਅਮਿਤ ਸ਼ਾਹ ਜੀ ਨੇ, ਔਰ ਸਾਡੇ ਸਭ ਤੋਂ ਰਾਸ਼ਟਰੀ ਅਧਿਕਸ਼ ਆਦਰਨੀय ਜਗਤ ਪ੍ਰਕਾਸ਼ ਨੱਡਾ ਜੀ ਨੇ, ਜਿਹੜੇ ਕਿ ਸਾਡੇ ਅਧਿਕਸ਼ ਨੇ, ਰਾਸ਼ਟਰੀ ਅਧਿਕਸ਼ ਨੇ। ਉਹਨਾਂ ਦੇ ਨਾਲ ਪਾਰਲੀਮੈਂਟਰੀ ਬੋਰਡ ਨੇ ਨਿਰਣੇ ਕਰਨਾ ਹੁੰਦਾ ਹੈ ਕਿ ਕਿਹੜੇ ਕਾਰਜਕਰਤਾ ਨੂੰ ਕਿਹੜਾ ਦਾਇਿਤਵ ਦੇਣਾ ਹੈ। ਹੁਣ ਜੇ ਮੈਂ ਸੰਸਦ ਬਣਿਆ ਤਾਂ ਮੈਨੂੰ ਪਾਰਟੀ ਨੇ ਦਾਇਿਤਵ ਦਿੱਤਾ ਹੈ, ਜੇ ਮੈਂ ਮੇਅਰ ਬਣਿਆ ਤਾਂ ਮੈਨੂੰ ਪਾਰਟੀ ਨੇ ਦਾਇਿਤਵ ਦਿੱਤਾ ਹੈ, ਜੇ ਮੈਂ ਅਧਿਕਸ਼ ਬਣਿਆ ਪੰਜਾਬ ਦਾ ਤਾਂ ਮੈਨੂੰ ਪਾਰਟੀ ਨੇ ਦਾਇਿਤਵ ਦਿੱਤਾ ਹੈ। ਪਾਰਟੀ ਦੇ ਤਾਂ ਸਿਪਾਹੀ ਆ, ਪਾਰਟੀ ਦੇ ਸਾਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਏਗੀ, ਅਸੀਂ ਉਹ ਵੀ ਪੂਰੀ ਕਰਾਂਗੇ। ਅਸੀਂ ਪਾਰਟੀ ਦੇ ਕਾਰਜਕਰਤਾ ਐਸੇ ਨਹੀਂ ਕਿ ਜਦੋਂ ਪਾਰਟੀ ਦਾ ਆਨੰਦ ਲੈਣ ਦਾ ਸਮੇਂ ਆਏ ਤੇ ਉਸ ਵੇਲੇ ਅਸੀਂ ਪਾਰਟੀ ਦੇ ਨਾਲ ਹੋਈਏ, ਕਿ ਜਿਸ ਵੇਲੇ ਪਾਰਟੀ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਏ ਤੇ ਅਸੀਂ ਸਾਡੀ ਤੇ ਪਾਰਟੀ ਉਹ ਹੈ ਕਿ ਐਮਰਜੈਂਸੀ ਦੇ ਵਿੱਚ ਜਿਸ ਵੇਲੇ ਇੰਦਰਾ ਗਾਂਧੀ ਨੇ ਬਹੁਤ ਅੰਤਕ ਮਚਾਇਆ, ਸਵਰਗੀ ਇੰਦਰਾ ਗਾਂਧੀ ਜੀ ਨੇ, ਉਸ ਸਮੇਂ ਸਾਡੇ ਲੱਖਾਂ ਕਾਰਜਕਰਤਾ ਜਿਹੜੇ ਸੀਗੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਤੇ ਭਾਰਤੀ ਜਨਤਾ ਪਾਰਟੀ ਦੇ, ਉਹ ਆਪਣੇ ਪਰਿਵਾਰ ਉਜਾੜ ਕੇ, ਆਪਣੇ ਵਪਾਰ ਉਜਾੜ ਕੇ ਰਾਸ਼ਟਰ ਹਿੱਤ ਦੇ ਵਿੱਚ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰਨ ਦੇ ਲਈ ਜੇਲ੍ਹਾਂ 'ਚ ਚਲੇ ਗਏ। ਉਦੋਂ ਕਿਹੜੀ ਸਰਕਾਰ ਬਣ ਰਹੀ ਸੀ ਸਾਡੀ? ਅਸੀਂ ਉਹ ਕਾਰਜਕਰਤਾ ਹੈਗੇ ਆ ਕਿ ਪਾਰਟੀ ਜੋ ਨਿਰਣੇ ਦੇ, ਜੇ ਪਹਾੜ ਦੇ ਉੱਤੇ ਚੜਾਏਗੀ ਤੇ ਫਿਰ ਵੀ ਅਸੀਂ ਪਾਰਟੀ ਦੇ ਵਿੱਚ ਆ, ਜੇ ਸਮੁੰਦਰ ਦੇ ਵਿੱਚ ਕੰਮ ਦੇਏਗੀ ਤੇ ਫਿਰ ਵੀ ਪਾਰਟੀ ਦੇ ਨਾਲ। ਅੱਛਾ ਮਲਿਕ ਸਾਹਿਬ, ਪਿੱਛੇ ਇੱਕ ਪ੍ਰਕਰਨ ਚੱਲਿਆ ਨਵਜੋਤ ਸਿੰਘ ਸਿੱਧੂ ਔਰ CM ਕੈਪਟਨ ਅਮਰਿੰਦਰ ਸਿੰਘ ਦੇ ਵਿੱਚ, ਤੁਹਾਨੂੰ ਦੇਖਿਆ ਬਹੁਤ ਦਫਾ ਦੀ ਲੜਾਈ ਚੱਲੀ। ਆਰੋਪ ਪ੍ਰਤਿਆਰੋਪ ਲੱਗਦੇ ਵੀ ਜਿਹੜਾ ਪੈਸਾ ਖਜ਼ਾਨਾ ਜਿਹੜਾ ਹੈ ਉਹ ਪੰਜਾਬ ਦੀ ਸਰਕਾਰ ਦੇ ਕੋਲ ਆਉਣਾ ਚਾਹੀਦਾ ਹੈ, ਖਜ਼ਾਨੇ 'ਚ ਪੈਸਾ ਆਉਣਾ ਚਾਹੀਦਾ ਹੈ, ਉਹ ਪੈਸਾ ਕੁਝ ਲੋਕਾਂ ਦੀ ਜੇਬ 'ਚ ਜਾ ਰਿਹਾ ਹੈ। ਉਹਨਾਂ ਨੇ ਕਾਫੀ ਲੋਕਾਂ ਤੇ, ਵਿਪਕਸ਼ੀ ਪਾਰਟੀਆਂ ਤੇ ਵੀ ਦੇ ਨੇਤਾਵਾਂ ਤੇ ਵੀ ਆਰੋਪ ਲਗਾਏ ਤੇ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਅਲੀ ਬਾਬਾ 40 ਚੋਰ, ਇਹ ਉਦਾਹਰਨ ਇਹਦੇ ਤੇ ਯਥਾਰਥ ਹੁੰਦੀ ਹੈ। ਅਲੀ ਬਾਬਾ ਕੌਣ ਹੈ ਤੇ 40 ਚੋਰ ਕੌਣ ਹੈ? ਇਹ ਤੁਸੀਂ ਹੁਣ ਸੋਚੋ। ਤੁਸੀਂ ਦੱਸੋ ਨਾ, ਅਲੀ ਬਾਬਾ ਤੁਸੀਂ ਕਿਹਾ, ਮੈਂ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਕਿਸ ਪਾਰਟੀ ਦਾ? ਕਾਂਗਰਸ ਪਾਰਟੀ ਦਾ ਹੈ। ਅਲੀ ਬਾਬਾ ਅੱਛਾ, ਨਹੀਂ, ਇਹ ਤੁਹਾਡਾ ਮਤ ਹੈ। ਮੈਂ ਤੇ ਇੱਕ ਉਦਾਹਰਨ ਦਿੱਤੀ ਹੈ ਕਿ ਇਹ ਜਿੰਨੇ ਚੋਰ ਕਾਂਗਰਸ ਦੇ ਇਕੱਠੇ ਹੋਏ ਨੇ, ਉਹ ਵੰਡ ਕਰਨ ਲਈ ਆਵੇ। ਸੁਖੀ ਰੰਧਾਵਾ ਨੇ, ਉਹ ਕਾਂਗਰਸ ਦੇ ਨੇ। ਪ੍ਰਤਾਪ ਸਿੰਘ ਬਾਜਵਾ, ਉਹ ਕਾਂਗਰਸ ਦਾ। ਪ੍ਰਗਟ ਸਿੰਘ ਹੈ, ਉਹ ਕਾਂਗਰਸ ਦਾ ਹੈ। ਸ਼ਮਸ਼ੇਰ ਸਿੰਘ ਦੂਲੋ ਨੇ, ਉਹ ਕਾਂਗਰਸ ਦੇ ਨੇ। ਉਹ ਕਾਂਗਰਸੀਆਂ ਦੇ ਆਰੋਪ ਲਾ ਰਹੇ ਨੇ। ਪਰ ਮੈਂ ਸਮਝ ਰਿਹਾ ਕਿ ਜਨਤਾ ਨੂੰ ਜਾਗਰੂਕ ਹੋਣਾ ਚਾਹੀਦਾ ਹੈ। 4 ਸਾਲ ਤੱਕ ਅਸੀਂ ਚੌਕੀਦਾਰ ਦੀ ਭੂਮਿਕਾ ਨਿਭਾਈ ਭਾਰਤੀ ਜਨਤਾ ਪਾਰਟੀ ਨੇ, ਲੋਕਾਂ ਨੂੰ ਜਾਗਰੂਕ ਕਰਦੇ ਰਹੇ ਕਿ ਇਹ ਸਰਕਾਰ ਬਜਾਏ ਸਰਕਾਰੀ ਖਜ਼ਾਨਾ ਭਰਨ ਦੇ ਆਪਣੀਆਂ ਜੇਬਾਂ ਭਰ ਰਹੀ ਹੈ। ਅੱਜ ਇਹ ਜਿੰਨੇ 40 ਚੋਰ ਇਕੱਠੇ ਹੋਏ ਨੇ, ਇਹਨਾਂ ਦੀ ਆਪਸ ਵਿੱਚ ਜੰਗ ਉਸ ਭ੍ਰਿਸ਼ਟਾਚਾਰ ਦੇ ਪੈਸੇ ਨੂੰ ਵੰਡਣ ਦੇ ਲਈ ਸ਼ੁਰੂ ਹੋ ਗਈ ਹੈ ਔਰ ਇੱਕ ਦੂਜੇ ਤੇ ਆਰੋਪ ਪ੍ਰਤਿਆਰੋਪ ਲਗਾ ਰਹੇ ਨੇ। ਜਨਤਾ ਨੂੰ ਇਹ ਸਜਗ ਹੋਣਾ ਪਏਗਾ ਕਿ ਉਹਨਾਂ ਨੇ ਇੱਕ ਭ੍ਰਿਸ਼ਟਾਚਾਰੀ ਸਰਕਾਰ ਚੁਣੀ ਸੀਗੀ, ਜਿਹੜੀ ਕਿ 2017 ਵਿੱਚ ਚੁਣੀ ਸੀਗੀ। ਅੱਜ ਜਨਤਾ ਜਾਗਰੂਕ ਹੈ। ਇਹ ਨਾ ਕਾਂਗਰਸੀਆਂ ਦੇ ਜਿਹੜੇ ਭ੍ਰਿਸ਼ਟਾਚਾਰ ਸੀਗੇ, ਉਹ ਰਾਣਾ ਗੁਰਜੀਤ ਸਿੰਘ ਦਾ ਵੀ ਦੇਖਿਆ ਕਿ ਤੁਸੀਂ ਦੇਖਿਆ ਕਿ ਉਹ ਖਰਨ ਘੁਟਾਲੇ ਦੇ ਵਿੱਚ ਅਸਤੀਫਾ ਦੇਣਾ ਪੈ ਗਿਆ ਮਿਨਿਸਟਰ। ਤੇ ਉਸ ਹਿਸਾਬ ਦੇ ਨਾਲ ਮੈਂ ਇਹਦੇ ਵਿੱਚ ਕਿਸੇ ਤੇ ਵਿਅਕਤੀਗਤ ਚੋਰ, ਇਹ ਚੋਰਾਂ ਦੀ ਬਾਰਾਤ ਹੈ।
ਮੈਂ ਇਹਦੇ ਨਹੀਂ, ਦੁੱਲਾ ਕੌਣ ਹੈ ਇਹਦਾ? ਇਹ ਚੋਰਾਂ ਦੀ ਬਰਾਤ ਹੈ, ਇਹ ਦੁੱਲਾ ਦੁੱਲਾ ਕੌਣ ਹੈ ਇਹ ਤੁਸੀਂ ਅੰਦਾਜ਼ਾ ਲਾਓ, ਨਹੀਂ ਦੂਲਾ ਕੌਣ ਹੈ ਤੁਸੀਂ? ਇਹ ਤੁਸੀਂ ਅੰਦਾਜ਼ਾ ਲਾਓ। ਅੱਛਾ ਮਲਿਕ ਸਾਹਿਬ, ਤੁਸੀਂ ਕਿਹਾ ਵੀ ਅਸੀਂ ਪੰਜਾਬ 'ਚ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ, ਤੇ ਕਿਆ ਪਲਾਨ ਹੈ ਤੁਸੀਂ ਜਿਹੜਾ ਲੈ ਕੇ ਆਓਗੇ? ਕਿਉਂਕਿ ਕਿਸਾਨ ਦਾ ਸਵਾਲ ਮੇਰਾ ਫਿਰ ਉੱਥੇ ਹੀ ਹੈ ਵੀ ਕਿਸਾਨ ਤਾਂ ਤੁਹਾਨੂੰ ਘਰੋਂ ਬਾਹਰ ਨਹੀਂ ਨਿਕਲਣ ਦੇ ਐਸਾ ਰਹੇ। ਐਸਾ ਜੀ ਕੋਈ ਸਾਡੇ ਸਾਰੇ ਕਾਰਜਕ੍ਰਮ ਹੋ ਰਹੇ ਨੇ। ਹਰ ਸ਼ਹਿਰ ਦੇ ਵਿੱਚ ਜ਼ਿਲ੍ਹਾ ਪਦਾਧਿਕਾਰੀਆਂ ਦੀ, ਜ਼ਿਲ੍ਹਾ ਕਾਰਜਕਾਰਨੀਆਂ ਦੀਆਂ ਬੈਠਕਾਂ ਸੰਪੰਨ ਹੋ ਰਹੀਆਂ। ਅੰਮ੍ਰਿਤਸਰ ਵਿੱਚ ਵੀ ਜ਼ਿਲ੍ਹਾ ਕਾਰਜਕਾਰਨੀ ਦੀਆਂ ਬੈਠਕਾਂ ਸੰਪੰਨ ਹੋਈਆਂ, ਬੜੇ ਅੱਛੀ ਦੀ ਮਾਹੌਲ ਦੇ ਵਿੱਚ ਬੈਠਕਾਂ ਹੋ ਰਹੀਆਂ। ਕਾਰਜਕਰਤਾ ਬਹੁਤ ਉਤਸ਼ਾਹਿਤ ਹੈ ਕਿਉਂਕਿ ਜਨਤਾ ਨਾਲ ਹੈ, ਜਨਤਾ ਦੇਖ ਰਹੀ ਹੈ। ਉਹਨਾਂ ਨੇ ਕਾਂਗਰਸ ਨੂੰ ਅਜ਼ਮਾ ਲਿਆ ਔਰ ਕਾਂਗਰਸ ਦੇ ਵਿੱਚ ਦੇਖ ਲਿਆ ਕਿ ਕਿੰਨਾ ਵੱਡਾ ਭ੍ਰਿਸ਼ਟਾਚਾਰ ਹੈ, ਕਿ ਕਾਂਗਰਸ ਦਾ ਅਧਿਕਸ਼ ਜਿਹੜਾ ਅਧਿਕਸ਼ ਹੈ ਕਾਂਗਰਸ ਦਾ, ਉਹ ਕਾਂਗਰਸ ਪਾਰਟੀ ਦੇ ਉੱਤੇ ਇਲਜ਼ਾਮ ਲਗਾ ਰਿਹਾ ਕਿ ਭ੍ਰਿਸ਼ਟਾਚਾਰ ਹੋਇਆ ਹੈ। ਇਸ ਤੋਂ ਵੱਡਾ ਉਦਾਹਰਨ ਕੀ ਹੋਏਗਾ? ਦੂਸਰੀ ਆ ਗਈ ਕੇਜਰੀਵਾਲ ਦੀ ਪਾਰਟੀ। ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਦਿੱਲੀ ਦੀ ਸਰਕਾਰ ਦੇਖ ਲਈ, ਅੱਧੇ ਤੋਂ ਜ਼ਿਆਦਾ ਮੰਤਰੀ ਭ੍ਰਿਸ਼ਟਾਚਾਰ ਦੇ ਵਿੱਚ ਜੇਲ੍ਹ ਭੁਗਤਾਏ ਨੇ ਔਰ ਵਿਧਾਇਕਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਘੁਟਾਲੇ ਚੱਲ ਰਹੇ ਨੇ। ਉਹ ਆਮ ਆਦਮੀ ਪਾਰਟੀ, ਜਿਹਨੂੰ ਮੈਂ ਖਾਸ ਆਦਮੀ ਪਾਰਟੀ ਦਾ ਨਾਂ ਦਿੰਦਾ ਵਾਂ, ਕਿ ਜਿਨ੍ਹਾਂ ਨੇ ਕਿਹਾ ਸੀ ਨਾ ਅਸੀਂ ਬੰਗਲੇ 'ਚ ਰਹਾਂਗੇ, ਨਾ ਅਸੀਂ ਤਨਖਾਹ ਲਾਂਗੇ, ਨਾ ਅਸੀਂ ਕੋਈ ਭੱਤਾ ਲਾਂਗੇ, ਅਸੀਂ ਤੇ ਆਮ ਆਦਮੀ ਆ। ਅੱਜ ਸਭ ਤੋਂ ਵੱਧ ਤਨਖਾਹ ਜੇ ਕਿਸੇ ਵਿਧਾਇਕ ਦੀ ਹੈ ਤੇ ਉਹ ਹੁਣ ਵੀ ਉਹਨਾਂ ਨੇ ਰਿਵਾਈਜ਼ ਕੀਤੀ ਹੈ ਕੇਜਰੀਵਾਲ ਨੇ। ਸਭ ਤੋਂ ਵੱਧ ਵੱਡੇ ਬੰਗਲਿਆਂ 'ਚ ਰਹਿ ਰਹੇ ਨੇ ਤੇ ਉਹ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਬੰਦੇ ਜਿਹੜੇ ਨੇ ਉਹ ਵੱਡੇ ਬੰਗਲਿਆਂ ਦੇ ਵਿੱਚ ਰਹਿ ਰਹੇ ਨੇ। ਔਰ ਅੱਜ ਤੁਸੀਂ ਹੈਰਾਨ ਹੋਵੋਗੇ ਕਿ ਸ਼ੀਲਾ ਦੀਕਸ਼ਿਤ ਜਿਹੜੇ ਸੀ, ਉਹਨਾਂ ਦੇ ਸਮੇਂ ਸ਼ਾਇਦ 7-8 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਦਾ ਬਜਟ ਸੀ। ਕੇਜਰੀਵਾਲ ਨੇ 500 ਕਰੋੜ ਰੁਪਇਆ ਜਿਹੜਾ ਜਨਤਾ ਦੀ ਗਾੜੀ ਕਮਾਈ ਸੀਗੀ, ਉਸ ਕਮਾਈ ਦਾ ਜਿਹੜਾ ਸੀਗਾ ਉਹ ਐਡਵਰਟਾਈਜ਼ਮੈਂਟ ਤੇ ਆਪਣੇ ਝੂਠੇ ਪ੍ਰਚਾਰ ਦੇ ਉੱਤੇ ਲਾਤਾ। ਔਰ ਉਹ 500 ਕਰੋੜ ਜਿਹੜਾ ਦਿੱਲੀ ਦੀ ਜਨਤਾ ਦਾ ਟੈਕਸ ਹੈ, ਜਿਹੜਾ ਦਿੱਲੀ ਦੀ ਜਨਤਾ ਦੇ ਵਿਕਾਸ ਤੇ ਲੱਗਣਾ ਚਾਹੀਦਾ ਹੈ, ਦਿੱਲੀ ਦੀ ਜਨਤਾ ਨੂੰ ਸੁਵਿਧਾਵਾਂ ਦੇਣ ਤੇ ਲੱਗਣਾ ਚਾਹੀਦਾ ਹੈ, ਉਹ ਅੱਜ ਪੰਜਾਬ ਦੇ ਵਿੱਚ ਐਡਵਰਟਾਈਜ਼ਮੈਂਟ ਹੋ ਰਿਹਾ। ਉਹਦਾ ਆ ਕੇ ਚੁਣਾਵ ਦੇ ਵਿੱਚ ਅੱਜ ਦੀ ਗੱਲ ਦੇ ਵਿੱਚ ਤੁਸੀਂ ਇਹ ਗੱਲ ਨੂੰ ਕਿੱਦਾਂ ਜਸਟੀਫਾਈ ਕਰੋਗੇ ਕਿ ਰੈਵਨਿਊ ਦੇ ਦਿੱਲੀ ਦੀ ਜਨਤਾ ਔਰ ਉਹ ਪੈਸਾ ਕੇਜਰੀਵਾਲ ਆਪਣੀ ਮਨਮਰਜ਼ੀ ਦੇ ਨਾਲ, ਉਹ ਪੈਸਾ ਕੋਈ ਕੇਜਰੀਵਾਲ ਦੀ ਰਜਿਸਟਰੀ ਨਹੀਂ ਹੈ, ਉਹਨਾਂ ਦੇ ਪਿਤਾ ਜੀ ਦੀ ਪੈਤਰਕ ਸੰਪत्ति ਨਹੀਂ ਹੈ, ਉਹਨਾਂ ਨੂੰ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੇ ਚੁਣਾਵ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਦਿੱਲੀ ਦੀ ਜਨਤਾ ਦਾ ਗਾੜੀ ਕਮਾਈ ਦਾ ਟੈਕਸਾਂ ਦਾ ਪੈਸਾ ਖਰਚ ਦੋ ਪਾਰਟੀਆਂ ਬਾਰੇ ਦੱਸਤਾ, ਸ਼੍ਰੋਮਣੀ ਅਕਾਲੀ ਦਲ ਜਿਹਦੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਅੱਜ ਜੋ ਜਨਤਾ ਦੇ ਵਿੱਚ ਹਾਲ ਹੈ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਵੀ ਉਹਨਾਂ ਦੀ ਕੋਈ ਰੈਲੀ ਹੁੰਦੀ ਹੈ ਉੱਥੇ ਜਨਤਾ ਨਕਾਰਾਤਮਕ ਉਹਨਾਂ ਨੂੰ ਜਵਾਬ ਦਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਤਦ ਤੱਕ ਸਸ਼ਕਤ ਸੀਗਾ ਜਦੋਂ ਭਾਰਤੀ ਜਨਤਾ ਪਾਰਟੀ ਰੂਪੀ ਰੀੜ ਦੀ ਹੱਡੀ ਉਸ ਸਰੀਰ ਦੇ ਨਾਲ ਸੀਗੀ। ਅੱਜ ਉਹ ਰੀੜ ਦੀ ਹੱਡੀ ਉਹਨਾਂ ਨੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਗਵਾ ਲਈ ਹੈ। ਮੈਂ ਤੁਹਾਨੂੰ ਪ੍ਰਸ਼ਨ ਕਰਨਾ ਚਾਹੁੰਦਾ ਵਾਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਜੀ ਉਸ ਬੈਠਕ ਹੀ ਸੀਗੇ ਜਿਹਦੇ ਵਿੱਚ ਆਰਡੀਨੈਂਸ ਇਹ ਕਿਸਾਨ ਬਿੱਲ ਜਿਹੜੇ ਨੇ ਉਹ ਫਾਈਨਲ ਹੋਏ, ਕੀ ਉਹਨਾਂ ਨੇ ਸਾਈਨ ਨਹੀਂ ਕੀਤੇ? ਬੀਬੀ ਹਰਸਿਮਰਤ ਕੌਰ ਬਾਦਲ ਜੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਜਿਹਦੇ ਵਿੱਚ ਬਿੱਲ ਪਾਸ ਹੋਏ, ਕੀ ਉਹਨਾਂ ਨੇ ਸਾਈਨ ਨਹੀਂ ਕੀਤੇ? ਕਿ 1 ਮਹੀਨਾ ਇੱਕ ਬਿੱਲ ਪਾਸ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਜੀ, ਸੁਖਬੀਰ ਸਿੰਘ ਬਾਦਲ ਜੀ, ਹਰਸਿਮਰਤ ਕੌਰ ਬਾਦਲ ਜੀ, ਕੇਜਰੀਵਾਲ ਜੀ ਸਾਰੇ ਬਿੱਲਾਂ ਦੀ ਵਕਾਲਤ ਕਰਦੇ ਰਹੇ। ਅੱਜ ਕੇਜਰੀਵਾਲ ਦਾ ਦੇਖ ਲਓ ਕਿ ਉਹਨਾਂ ਨੇ ਜਿਹੜੀ ਮੰਡੀਕਰਨ ਨੂੰ ਪ੍ਰਾਈਵੇਟਾਈਜ਼ ਕਰਨ ਦੀ ਸਕੀਮ ਹੈ ਉਹ ਨੋਟੀਫਾਈ ਨਹੀਂ ਕੀਤੀ ਆਪਣੀ, ਕਿ ਉਹਨਾਂ ਨੇ ਡੀ ਨੋਟੀਫਾਈ ਕੀਤੀ ਅੱਜ ਤੱਕ ਆਪਣੀ ਵਿਧਾਨ ਸਭਾ ਅੱਜ ਵੀ ਨੋਟੀਫਾਈਡ ਹੈ। ਇਹ ਮਗਰਮੱਛ ਦੇ ਆਂਸੂ ਬਹਾਉਣ ਵਾਲੀਆਂ ਪਾਰਟੀਆਂ ਨੇ, ਇਹਨਾਂ ਦੀ ਕਥਨੀ ਹੋਰ ਕਰਨੀ ਹੋ ਰਹੀ ਜਿਹੜੀ ਕਿ ਪੰਜਾਬ ਦੀ ਜਨਤਾ ਬੜੀ ਅੱਛੀ ਤਰ੍ਹਾਂ ਜਾਣ ਚੁੱਕੀ ਹੈ। ਇੱਕ ਭਾਰਤੀ ਜਨਤਾ ਪਾਰਟੀ ਹੈ ਜਿਨ੍ਹਾਂ ਦੀ ਕਥਨੀ ਕਰਨੀ ਇੱਕ ਹੈ। ਅੱਜ ਕੋਈ ਕਹਿੰਦਾ 300 ਯੂਨਿਟ ਬਿਜਲੀ ਫ੍ਰੀ ਦੇਾਂਗੇ, ਕੋਈ ਕਹਿੰਦਾ 400 ਯੂਨਿਟ ਬਿਜਲੀ ਫ੍ਰੀ ਦੇਾਂਗੇ। ਕਾਂਗਰਸ ਵੀ ਕਹੀ ਜਾਂਦੀ ਪਈ ਹੈ। ਮੈਨੂੰ ਨਵਜੋਤ ਸਿੰਘ ਸਿੱਧੂ ਤੇ ਹਾਸਾ ਆਇਆ ਔਰ ਕਿ ਨਵਜੋਤ ਸਿੰਘ ਸਿੱਧੂ ਕਹਿ ਰਹੇ ਅਸੀਂ ਇਹ ਦੇਾਂਗੇ। ਤੁਹਾਡੀ ਸਰਕਾਰ ਹੈ, ਤੁਸੀਂ ਹੁੰਦੇ ਹੋ, ਤੁਸੀਂ ਕਹਿ ਰਹੇ ਹੋ ਅਸੀਂ 400 ਯੂਨਿਟ ਦੇਾਂਗੇ। ਨਵਜੋਤ ਸਿੰਘ ਸਿੱਧੂ ਤੁਸੀਂ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਸਰਕਾਰ ਜਿਹਦੀ ਸਰਕਾਰ ਹੈ ਉਹ ਵੀ ਫਿਊਚਰ ਸਰਕਾਰ ਬਾਰੇ ਵਾਅਦਾ ਕਰ ਰਹੀ ਹੈ। ਇਹ ਕਿੰਨਾ ਹਾਸੇਪਦ ਲੱਗਦਾ ਹੈ। ਲਾਸਟ ਸਵਾਲ ਹੈ ਮਲਿਕ ਸਾਹਿਬ, ਦੇਖੋ ਇੱਕ ਸਰਵੇ ਹੁੰਦਾ ਜਿਹਦੇ ਚ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਸਭ ਤੋਂ ਉੱਪਰ, ਫਿਰ ਸੁਖਬੀਰ ਬਾਦਲ, ਫਿਰ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਨੂੰ ਇੱਕ ਸੀਟ ਵੀ ਨਹੀਂ। ਐਸਾ ਸਰਵੇ ਮੈਨੂਪੂਲੇਟਿਡ ਸਰਵੇ ਨੇ ਜੀ, ਇਹ ਪਹਿਲੇ ਵੀ ਆਉਂਦੇ ਰਹੇ ਔਰ ਇਹ ਸਰਵੇਸ ਗਲਤ ਸਾਬਤ ਹੁੰਦੇ ਰਹੇ। ਇਹਨਾਂ ਸਰਵੇਸ ਦੀ ਕੋਈ ਅਥੈਂਟਿਕ ਨਹੀਂ ਹੈ ਔਰ ਮੈਂ ਇਹਦੇ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦਾ। ਮੈਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੀ ਅੰਤਕ ਮਿਹਨਤ ਦੇ ਉੱਤੇ ਪੂਰਾ ਵਿਸ਼ਵਾਸ ਹੈ। ਮੈਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ
ਸਮਰਪਣ ਦੇ ਉੱਤੇ ਵਿਸ਼ਵਾਸ ਹੈ। ਮੈਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੇ ਸੇਵਾ ਭਾਵ ਦੇ ਉੱਤੇ ਵਿਸ਼ਵਾਸ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹਦੇ ਲਈ ਸੱਤਾ ਸੇਵਾ ਦਾ ਮਾਧਿਅਮ ਹੈ। ਤੁਸੀਂ ਦੇਖੋਗੇ ਅੱਜ ਚਾਹੇ ਸਾਡੇ ਕੋਲ ਸੱਤਾ ਪੰਜਾਬ ਵਿੱਚ ਨਹੀਂ ਸੀ ਜਾਂ ਦੇਸ਼ ਦੇ ਵਿੱਚ, ਤੁਸੀਂ ਦੇਖੋ ਇੱਕੋ ਹੀ ਪਾਰਟੀ ਹੈ ਜਿਹਨੇ ਕਰੋਨਾ ਦੇ ਵਿੱਚ ਸਭ ਤੋਂ ਵੱਧ ਸੇਵਾ ਕਾਰਜ ਕੀਤੇ, ਬਲੱਡ ਡੋਨੇਸ਼ਨ ਕੀਤੀ, ਉਹਨਾਂ ਨੇ ਦਵਾਈਆਂ ਵਿਤਰਿਤ ਕੀਤੀਆਂ, ਉਹਨਾਂ ਨੇ ਆਕਸੀਜਨ ਸਿਲੰਡਰ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ, ਉਹਨਾਂ ਨੇ ਭੋਜਨ ਪ੍ਰੋਵਾਈਡ ਕੀਤਾ, ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਜਾਣ ਦੇ ਲਈ ਸੁਵਿਧਾ ਪ੍ਰੋਵਾਈਡ ਕੀਤੀ। ਇਹ ਸਿਰਫ ਭਾਰਤੀ ਜਨਤਾ ਪਾਰਟੀ ਹੈ ਜਿਹਦੇ ਲਈ सत्ता सेवा का माध्यम है, बाकी सब के लिए सत्ता भ्रष्टाचार का माध्यम है। धन्यवाद हमारे साथ बात करने के लिए। थे सांसद श्वेत मलिक। इनका कहना है कि यदि वैट के दायरे में पेट्रोल, डीजल और गैस आती है तो ये काफ़ी सस्ती हो जाएगी। इन्होंने ये भी कहा है कि भाजपा के जो पूर्व वित्त मंत्री स्वर्गीय अरुण जेटली, उन्होंने भी इसकी वकालत की थी। अब जो किसानों ने कल जो बैठक हुई है जिसमें तमाम पार्टियों के प्रतिनिधियों को बुलाया गया, भाजपा को नहीं बुलाया गया, इनका ये कहना है कि वो भी उन्होंने गलत किया है, क्योंकि हमें भी अपना मत रखने का, हमारी राय रखने का उतना ही अधिकार है जितनी कि दूसरी पार्टियों को है। अब बीजेपी 117 सीटों पर चुनाव लड़ेगी। ये तो आने वाला समय बताएगा कि बीजेपी को कितनी वोटें मिलती हैं। फिर तो हालात ये हैं कि भाजपा नेता जहां भी जाते हैं किसान उनका विरोध करने पहुंच जाते हैं। सांसद श्वेत मलिक का भी कई बार विरोध हो चुका है। अमृतसर से D4 न्यूज़ के लिए दीपक भंडारी की खास रिपोर्ट।